ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ। ਕਥਿਤ ਸ਼ਰਾਬ ਘੁਟਾਲਾ ਆਬਕਾਰੀ ਨੀਤੀ ਤੇ ਸਵਾਲ ਹੈ ਦਿੱਲੀ ਦੇ ਵਿੱਚ, ਤੇ ਇਸ ਦੇ ਵਿਚਾਲੇ CBI ਸਮਨ ਕਰਦੀ ਹੈ ਮਨੀਸ਼ ਸਿਸੋਦੀਆ ਹਰ ਨੂੰ, ਜਿਹੜੇ ਸੂਬੇ ਦੇ ਉਪ ਮੁੱਖ ਮੰਤਰੀ ਆ ਦਿੱਲੀ ਦੇ। ਤੇ ਇਸ ਤੋਂ ਇਲਾਵਾ ਸਤਿੰਦਰ ਜੈਨ ਤੇ ਸਵਾਲ ਉੱਠਦੇ ਪਏ। ਇਹਨਾਂ ਸਵਾਲਾਂ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ, ਉਹ ਇੱਕ ਟਵੀਟ ਕਰਦੇ ਆ ਜਿੰਦੇ ਵਿੱਚ ਕਹਿੰਦੇ ਆ ਕਿ ਅੱਜ ਦੇ ਭਗਤ ਸਿੰਘ ਨੇ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ। ਜਦੋਂ ਇਹ ਸਵਾਲ ਆਉਂਦਾ ਸਾਹਮਣੇ ਤਾਂ ਉਸ ਤੋਂ ਬਾਅਦ ਸਿਆਸਤ ਭੜਕਦੀ ਹੈ। ਸਵਾਲ ਪੁੱਛਣੇ ਸ਼ੁਰੂ ਹੋ ਜਾਂਦੇ ਆ ਕਿ ਕਥਿਤ ਘੁਟਾਲੇ ਦੇ ਇਲਜ਼ਾਮਾਂ ਦੇ ਵਿਚਾਲੇ ਤੁਸੀਂ ਇਹੋ ਜਿਹੇ ਬਿਆਨ ਕਿਉਂ ਦੇ ਰਹੇ ਹੋ। ਇਹਨਾਂ 'ਤੇ ਪੂਰੀ ਸਿਆਸਤ ਮੰਗਦੀ ਹੈ ਤੇ ਫਿਰ ਅੱਜ ਤਾਂ ਹੀ ਪੁੱਛਣਾ ਪੈ ਰਿਹਾ, ਅੱਜ ਦਾ ਭਗਤ ਸਿੰਘ ਕੌਣ? ਉਹ ਟਵੀਟ ਵੀ ਦੇਖ ਲਓ ਤੇ ਬਿਆਨ ਵੀ ਸੁਣ ਲਓ। ਗੁਜਰਾਤ ਹੈ ਜਿਹੜਾ ਉਹ ਹੁਣ ਬੀਜੇਪੀ ਦੇ ਹੱਥੋਂ ਨਿਕਲ ਰਿਹਾ, ਸੋ ਉਸ ਨੂੰ ਦੇਖਦੇ ਹੋਏ ਉਹ ਪਹਿਲਾਂ ਸਤਿੰਦਰ ਜੈਨ ਜੀ ਨੂੰ ਔਰ ਹੁਣ ਸਿਸੋਦੀਆ ਜੀ ਨੂੰ ਕੋਸ਼ਿਸ਼ ਕਰ ਰਹੇ ਨੇ ਦਬਾਉਣ ਦੀ। ਪਰ ਸ਼ਹੀਦ ਭਗਤ ਸਿੰਘ ਹੋਰਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਨੇ ਕੋਈ ਆਪਦੇ ਵਾਸਤੇ ਨਹੀਂ, ਉਹਨਾਂ ਨੇ ਆਮ ਲੋਕਾਂ ਵਾਸਤੇ ਜਿਹੜੀ ਕੁਰਬਾਨੀ ਦਿੱਤੀ ਸੀ। ਸੋ ਅੱਜ ਦੇ ਸਮੇਂ ਦੇ ਵਿੱਚ ਅੱਜ ਜੇ ਅਸੀਂ ਕਹੀਏ ਮਨੀਸ਼ ਸਿਸੋਦੀਆ ਜੀ ਔਰ ਸਤਿੰਦਰ ਜੈਨ ਜੀ, ਉਹ ਅੱਜ ਦੇ ਸਮੇਂ ਦੇ ਸ਼ਹੀਦ ਭਗਤ ਸਿੰਘ ਹੋਰੀ ਨੇ ਜਿਹੜੇ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟ ਰਹੇ। ਜਿਹੜੇ ਅਸੀਂ ਵੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਪੈਰਾਂ ਤੇ ਚੱਲਦੇ ਹੋਏ ਅਸੀਂ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ। ਅਸੀਂ ਚਾਹੁੰਦੇ ਹਾਂ ਕਿ ਜੋ ਦਿੱਲੀ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਨੇ, ਉਹੀ ਸਹੂਲਤਾਂ ਪੰਜਾਬ ਦੇ ਵਿੱਚ ਮਿਲ ਰਹੀਆਂ ਨੇ, ਤਾਂ ਉਹ ਸਾਰਾ ਦੇਸ਼ ਉਹ ਸਹੂਲਤਾਂ ਤੋਂ ਸੱਖਣਾ ਕਿਉਂ ਆ? ਸਾਰੇ ਦੇਸ਼ 'ਚ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਪਰ ਕੁਛ ਹੱਦ ਤੱਕ ਜਿਹੜੇ ਬੀਜੇਪੀ ਆ ਉਹ दबाने की कोशिश कर रही है। दारू के ठेकों से पैसा मारने वाला, दारू के ठेकों को बांटते समय भ्रष्टाचार करने वाला, उसकी कंपैरिजन आप महामहिम भगत सिंह से करेंगे, देश पे शहीद होने वाले भगत सिंह से करेंगे, और ये देश सुनता रहेगा? आप लोग विचार करिए, आप सोचिए किस व्यक्ति की कंपैरिजन किस व्यक्ति के साथ किया जा रहा है। भगत सिंह इज एन इंस्टीट्यूशन, भगत सिंह रिप्रेजेंट सैक्रिफाइस, भगत सिंह हिंदुस्तान का स्वाभिमान है, और मनीष सिसोदिया और अरविंद केजरीवाल भ्रष्टाचार के प्रतीक है। और भ्रष्टाचार के प्रतीक मनीष सिसोदिया को जिन लोगों ने स्वाभिमान के प्रतीक भगत सिंह के साथ कंपैरिजन किया है, तुलना की है, यह धृष्टता है, ये उचित नहीं है। माफी मांगनी चाहिए, माफ़ी मंगनी चाहिए है। भाजपा ये मांग करती पई है। बड़ा सवाल तुहाडे सामने है, कथित भ्रष्टाचार च घिरे अपने कैबिनेट मंत्रियों लई केजरीवाल ने भगत सिंह का नाम क्यों वरत्या। तो पैनल जिहड़ा साडे नाल है उन्हां दा तारफ करना जगतार सिंह संघेड़ा आम आदमी पार्टी स्पोक्सपर्सन है, विनोद भारती कांग्रेस स्पोक्सपर्सन है, लोकेश नारंग भारतीय जनता पार्टी बुलारे, प्रोफेसर मनजीत सिंह पोलिटिकल एनालिस्ट ने। सारे मैं उन्होंने बहुत स्वागत करते हैं जी। जगतार सिंह संघेड़ा संघेड़ा साहब, मैंने एक चीज़ दसो, मैं टैक्नीकली समझना चाहना, तुसीं तां भगत सिंह की आइडियोलॉजी को बहुत चंगी तरह जानते हो संघेड़ा साहब। ये आम आदमी पार्टी तुसीं बाद च आए हो, तुसीं उस तो पहला भगत सिंह आइडियोलॉजी फॉलो करते हो जिन्ना कि मैं जानता तुहाडे बारे। संघेड़ा साहब, शहीद आजम सरदार भगत सिंह महात्मा गांधी नूं किन्ना अपना आइडल मानते सी, किन्ना उन्हां दे मगर जांदे सी, किन्ना उन्हां नूं सुनदे सीगे संघेड़ा साहब? नहीं, ਇਹਦਾ ਅੱਜ ਦੇ ਟੌਪਿਕ ਨਾਲ ਤਾਂ ਕੋਈ ਸੰਬੰਧ ਨਹੀਂ ਹੈ। ਭਗਤ ਸਿੰਘ ਉਹਨਾਂ ਦੀ ਆਪਣੀ ਸੋਚ ਸੀਗੀ। ਮੁੱਖ ਤੌਰ ਤੇ ਦੇਸ਼ ਨੂੰ ਯਾਦ ਕਰਾਉਣ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਹੈ। ਬਾਕੀ ਵੀ ਹੋਰ ਜਿਹੜੇ ਵੀ ਸੰਘਰਸ਼ੀਲ ਜਥੇਬੰਦੀਆਂ ਸੀਗੀਆਂ ਜਾਂ ਸੰਘਰਸ਼ੀਲ ਲੋਕ ਸੀਗੇ, ਉਹ ਉਹਨਾਂ ਦਾ ਸਤਿਕਾਰ ਕਰਦੇ ਸੀਗੇ। ਕਿਸੇ ਇੰਡੀਵਿਜੂਅਲ ਵਿਅਕਤੀ ਜਾਂ ਕੋਈ ਉਹਦੇ ਬਾਰੇ ਨਹੀਂ ਮੈਨੂੰ ਬਹੁਤਾ ਪਤਾ ਹੈਗਾ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੀ ਆਪਣੀ ਸੋਚ ਸੀ, ਮਹਾਤਮਾ ਗਾਂਧੀ ਹਰਾਂ ਨਾਲ ਸੋਚ ਮਿਲਦੀ ਸੀ ਉਹਨਾਂ ਦੀ ਜਾਂ ਨਹੀਂ ਮਿਲਦੀ ਸੀ? ਨਹੀਂ ਮਿਲਦੀ ਸੀ, ਨਹੀਂ ਮਿਲਦੀ ਸੀ। ਫਿਰ ਜਿਨ੍ਹਾਂ ਨੂੰ ਤੁਸੀਂ ਭਗਤ ਸਿੰਘ ਦੱਸਦੇ ਪਿਓ ਰਾਜਘਾਟ ਕਿਉਂ ਚਲੇ ਗਏ? ਫਿਰ ਇੱਕ ਦਿਨ ਪਹਿਲਾਂ ਭਗਤ ਸਿੰਘ ਦੱਸਿਆ, ਅਗਲੇ ਦਿਨ ਰਾਜਘਾਟ ਚਲੇ ਗਏ। ਉਹ ਨਿਸ਼ਾਨਾ ਸੇਮ ਸੀਗਾ, ਲੜਾਈ ਨਹੀਂ ਸੀਗੀ, ਨਿਸ਼ਾਨਾ ਸੇਮ ਸੀ। ਤੁਹਾਨੂੰ ਲੱਗਦਾ ਕਿ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਨੂੰ ਅੱਜ ਦਾ ਭਗਤ ਸਿੰਘ ਕਹਿਣਾ ਜਾਇਜ਼ ਹੈ? देखो केपी सिंह जी, आप किसी भी गल ट्विस्ट करके जो मर्जी बनाई चलीए, पर मैं एक गल जरूर कहनी चाहना हाँ कि आम आदमी पार्टी जिहड़ी है
ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਸ ਲਈ, ਸਾਰੇ ਹੀ ਆਗੂਆਂ ਲਈ, ਸਾਡੇ ਸਾਰਿਆਂ ਲਈ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਸਾਡੇ ਪ੍ਰੇਰਨਾ ਸਰੋਤ ਨੇ। ਅਸੀਂ ਉਹਨਾਂ ਦੀ ਕੁਰਬਾਨੀ ਤੋਂ, ਉਹਨਾਂ ਦੀ ਸ਼ਖਸੀਅਤ ਤੋਂ, ਉਹਨਾਂ ਦੀ ਸੋਚ ਤੋਂ ਪ੍ਰੇਰਨਾ ਲੈਂਦੇ ਹਾਂ, ਉਤਸ਼ਾਹ ਲੈਂਦੇ ਹਾਂ, ਤੇ ਉਹਨਾਂ ਦਾ ਨਾਮ ਵਰਤਣ ਤੇ ਕਿਸੇ ਦੀ ਵੀ ਕੋਈ ਪਾਬੰਦੀ ਨਹੀਂ ਹੈ ਜਿਹੜੇ ਸਿਮਿਲਰ ਜਾਂ ਉਹਨਾਂ ਦੀ ਸੋਚ ਦੇ ਅਨੁਸਾਰ ਕੋਈ ਵੀ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਜਿਸ ਤਰ੍ਹਾਂ ਆਜ਼ਾਦੀ ਤੋਂ ਪਹਿਲਾਂ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਹੁਣੀ ਤੇ ਇਹਨਾਂ ਦੇ ਸਾਥੀ ਤੇ ਹੋਰ ਸੰਘਰਸ਼ੀਲ ਜਥੇਬੰਦੀਆਂ ਜਿਹੜੇ ਵੀ ਆਜ਼ਾਦੀ ਲਈ ਲੜ ਰਹੇ ਸੀਗੇ, ਉਹ ਆਜ਼ਾਦੀ ਲਈ ਲੜ ਰਹੇ ਸੀਗੇ। ਤੇ ਉਸ ਸਮੇਂ ਭਾਵੇਂ ਉਹਦਾ ਨਾਮ ਬੀਜੇਪੀ ਨਹੀਂ ਸੀਗਾ, ਕੁਝ ਹੋਰ ਜਥੇਬੰਦੀਆਂ ਜਿਨ੍ਹਾਂ ਤੋਂ ਅੱਗੇ ਜਾ ਕੇ ਇਹ ਬਣੇ ਆ, ਇਹ ਉਹਨਾਂ ਦਾ ਵਿਰੋਧ ਕਰਦੇ ਸੀ, ਦੂਜਿਆਂ ਦੇ ਹੁਕੂਮਤਾਂ ਦੇ ਹੱਕ 'ਚ ਸੀਗੇ। ਹੁਣ ਵੀ ਸਿਮਿਲਰ, ਸੇਮ ਨਹੀਂ ਮੈਂ ਕਹਿੰਦਾ, ਕੁਝ ਉਦਾਂ ਦੀਆਂ ਗੱਲਾਂ ਹੀ ਹੋ ਰਹੀਆਂ ਕਿ ਜੋ ਆਜ਼ਾਦੀ ਤੋਂ ਬਾਅਦ ਚੰਗੀਆਂ ਗੱਲਾਂ ਵੀ ਬਹੁਤ ਹੋਈਆਂ, ਮਾੜੀਆਂ ਵੀ ਬਹੁਤ ਹੋਈਆਂ, ਜੋ ਓਵਰਆਲ ਰਾਜਨੀਤੀ ਕਰਨ ਦਾ ਜਿਹੜਾ ਆ ਉਹ ਗਿਰਾਵਟ ਆਈ ਆ, ਤੇ ਆਮ ਆਦਮੀ ਪਾਰਟੀ ਉਹਦੇ ਵਿੱਚ ਸੁਧਾਰ ਕਰਨ ਦੇ, ਰਾਜਨੀਤੀ ਨੂੰ ਸ਼ੁੱਧ ਬਣਾਉਣ 'ਚ ਲੱਗੀ ਹੋਈ ਆ, ਕਰਪਸ਼ਨ ਦਾ ਵਿਰੋਧ ਕਰਦੀ ਆ, ਨਵੇਂ ਇਨਕਲਾਬ ਦੀ ਸਿਰਜਣਾ ਕਰ ਰਹੀ ਹੈ, ਤੇ ਉਹਦਾ ਭਾਰਤੀ ਜਨਤਾ ਪਾਰਟੀ ਉਹਦਾ ਵਿਰੋਧ ਕਰ ਰਹੀ ਹੈ। ਉਹ ਨਹੀਂ ਹੋਣ ਦੇਣਾ ਚਾਹੁੰਦੀ ਕਿਸੇ ਵੀ। ਅਸੀਂ ਸੁਧਾਰ ਦੀ ਗੱਲ ਕਰਦੇ ਹਾਂ, ਅਸੀਂ ਸਕੂਲ ਬਣਾਉਣ ਦੀ ਗੱਲ ਕਰਦੇ ਹਾਂ, ਹਸਪੀਟਲ ਬਣਾਉਣ ਦੀ ਗੱਲ ਕਰਦੇ ਹਾਂ, ਤਾਂ ਉਹ ਕੁਝ ਹੋਰ ਕਰ ਰਹੇ ਆ। ਜਿਸ ਤਰ੍ਹਾਂ ਮਨੀਸ਼ ਸਿਸੋਦੀਆ ਜੀ ਦੇ ਘਰ ਵੀ ਤਲਾਸ਼ੀ ਲਈ 14 ਘੰਟੇ ਉਹਨਾਂ ਦੀ ਤਲਾਸ਼ੀ ਹੁੰਦੀ ਰਹੀ, ਉਹਨਾਂ ਦੇ ਪਿੰਡ ਵੀ ਜਾ ਕੇ ਸਰਚ ਕੀਤੀ ਗਈ, ਲੋਕਰ ਵੀ ਉਹਨਾਂ ਦਾ ਖੰਗਾਲਾ ਗਿਆ, ਅੱਜ ਤੱਕ 10 ਰੁਪਏ ਨਹੀਂ ਕਿਤੇ ਫੜ ਹੋਏ, ਬਿਨਾਂ ਮਤਲਬ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਜਸਟ ਗੁਜਰਾਤ ਪ੍ਰਚਾਰ ਕਰਨ ਨਾ ਚੱਲ ਜਾਣ। ਨਹੀਂ ਇੱਕ ਮਿੰਟ ਸੰਘੇੜਾ ਸਾਹਿਬ, ਇਸ ਤੋਂ ਪਹਿਲਾਂ ਕਿ ਮਨੀਸ਼ ਸਿਸੋਦੀਆ ਕਿਤੇ ਪ੍ਰਚਾਰ ਕਰਨ ਨਹੀਂ ਗਏ? ਉੱਥੇ ਪਾਰਟੀ ਜਿੱਤ ਗਈ, ਯੂਪੀ ਵਿੱਚ ਨਹੀਂ ਗਏ, ਗੋਆ ਵਿੱਚ ਨਹੀਂ ਗਏ, ਹੋਰ ਸਟੇਟਾਂ ਵਿੱਚ ਨਹੀਂ ਗਏ? ਨਹੀਂ, ਇਹ ਤਾਂ ਬੀਜੇਪੀ ਨੂੰ ਪੁੱਛੋ ਨਾ ਵੀ ਇਹਨਾਂ ਡਰੇ ਕਿਉਂ ਹੋਏ ਆ। ਅਸੀਂ ਤਾਂ ਕਹਿੰਦੇ ਆ ਇਹਦਾ ਲੋਕ ਰਾਜ ਹੈ, ਤਾਂ ਲੋਕਾਂ ਨੇ ਦੇਖਣਾ ਨਾ ਜਿਤਾਉਣਾ ਕਿ ਨਹੀਂ ਜਿਤਾਉਣਾ। ਪਰ ਇਹ ਪਾਰਟੀ ਨੂੰ ਬਦਨਾਮ ਕਰਨ ਦੀ ਤੇ ਸਤਿੰਦਰ ਜੈਨ ਜੀ ਨੂੰ ਰੋਕਣ ਦੀ ਪ੍ਰਚਾਰ ਨਾ ਕਰ ਜਾਣ, ਕਿਉਂਕਿ ਸਿਹਤ ਸਹੂਲਤਾਂ ਦਾ ਉਹ ਧਿਆਨ ਰੱਖ ਰਹੇ ਸੀਗੇ ਦਿੱਲੀ 'ਚ। ਤੇ ਮਨੀਸ਼ ਸਿਸੋਦੀਆ ਜੀ ਨੇ ਸਿੱਖਿਆ ਦਾ, ਸਕੂਲਾਂ ਦੇ ਪਾਸੇ ਬਹੁਤ ਵਧੀਆ ਕੰਮ ਕੀਤਾ ਆ, ਹੀਰੋ ਨੇ ਉਸ ਮਾਮਲੇ 'ਚ। ਉਹ ਨਾ ਜਾ ਕੇ ਉੱਥੇ ਪਹੁੰਚਾਉਣ, ਕਿਉਂਕਿ ਅਸੀਂ ਤਾਂ ਸਕੂਲਾਂ ਤੇ ਸਿਹਤ ਸਹੂਲਤਾਂ ਤੇ ਬਿਜਲੀ ਪਾਣੀ ਦੀ ਗੱਲ ਕਰਦੇ ਹਾਂ। ठीक है संघेड़ा साहब, मैं वापस आऊँगा थोड़े को। प्रसन्नजीत सिंह, मैं ट्वीट इन बिन पढ़ देना। जेल की सलाखें और फांसी का फंदा भगत सिंह के बुलंद इरादों को डिगा नहीं पाए। ये आज़ादी की दूसरी लड़ाई है। मनीष और सतेंद्र आज के भगत सिंह है। 75 साल बाद देश को एक शिक्षा मंत्री मिला जिसने गरीबों को अच्छी शिक्षा देकर सुनहरे भविष्य की उम्मीद दी। करोड़ों गरीबों की दुआएं आपके साथ हैं। प्रसन्नजीत सिंह, इन एक भी शब्द ट्विस्ट नहीं किया होया। प्रसन्नजीत सिंह, तुहाडा टेक। देखो, केपी सिंह बड़ी मुश्किल आ जगतार सिंह संघेड़े लिए इस गल नूं डिफेंड करना। उन्होंने शब्द बिल्कुल एप्रोप्रीएट वरते आ कि साडे लिए वो प्रेरणा स्रोत है। उन्हें प्रेरणा स्रोत होने ते उन्होंने कह देना कि असीं उहदे हुण बिल्कुल उही बंदे होर पैदा करते हो जे इस आज़ादी की दूजी जंग च, ये बहुत अलग गल्लां है। ये तो उस तरह ही कि जिवें राम रहीम ने गुरु गोबिंद सिंह जी का सवांग ही रचाया थे। उन्हें गोबिंद सिंह अपने आप नूं किया नहीं सी भी मैं उन्हां दा रूप हैगा आ, जां मैं हुण इस अज दे युग दा गुरु गोबिंद सिंह। उहदे बावजूद किन्ना बखेड़ा पिया असीं जाणदे। हुण कोई ये कह दे कि मैं अज दा गुरु नानक हैगा, ये किहो जिहियां गल्लां। प्रेरणा स्रोत होना बड़ी चंगी गल आ। वो तो सारे ही आ, बीजेपी भी हैगी आ, कम्युनिस्ट भी हैगे आ, राइट सेंटर लैफ्ट दुनिया दे विच बहुत सारे लिबरल भी है प्रेरणा स्रोत लई। पर जे तुसी इस गल नूं कहो कि ये साडे एक नवें बिंब, मतलब असल च गल केपी जी इत्थे आके टिकदी है कि ये पार्टी हवा ते चलदी है, इमेज बिल्डिंग ते चलदी है। लोकां दी उन्हां बारे परसैप्शन की है, लोक उन्हां बारे किहो जिहा व्यू पॉइंट है कि किस तरह सोचदे आ। जे वो सोच विच जां लोकां दी परसैप्शन च कोई इहो जिहा सिग्नल चल जाए कि ये भी चोर है जां ये भी किते ना किते हेरा फेरी है जां करप्शन दे विच लिप्त हैगे आ, तां वो सारे दा सारा जिहड़ा पिरामिड बनाया वड्डा महल सारिया वो ढह ढेरी हो जांदा लाइक हाउस ऑफ कार्ड्स। इस गल करके वो बार बार उसनूं खड़ा कर लई, वो वड्डे तौर ते उसनूं होर एक मजबूती दे तौर ते दिखाउणा चाहुंदे आ कि नहीं नहीं असीं बहुत मजबूत हैं। जिस तरह उन्होंने पहला भी कहा सी केपी सिंह कि सिसोदिया जी साडे कट्टड़ ईमानदार ते कट्टड़ देश भगत। एक यही केजरीवाल साहब दे जिहड़े
ਇਹ ਬਿਆਨ ਹੈਗੇ ਆ। ਹੁਣ ਇਹ ਗੱਲਾਂ ਆਪਣੇ ਆਪ ਨੂੰ ਆਪ ਹੀ ਆਪਣੇ ਮੂੰਹੋਂ ਮੀਆਂ ਮਿੱਠੂ ਸਾਡੇ ਬੰਦੇ ਬਿਲਕੁਲ ਭਗਤ ਸਾਧੂ ਸੰਤ ਤੇ ਬਾਕੀ ਸਾਰੇ ਚੋਰ ਇਸ ਤਰੀਕੇ ਨਾਲ ਨਹੀਂ ਪੋਲਿਟਿਕਸ ਵਿੱਚ, ਕਿਤੇ ਨਾ ਕਿਤੇ ਤੇ ਇੱਥੇ ਵੀ ਕੋਈ ਨਾ ਕੋਈ ਗੱਲ ਹੋ ਸਕਦੀ। ਚਲੋ मैं एक छोटा ब्रेक लेके वापस आ रहे हैं, बाकी मैं उन्होंने को भी जाना। भगत सिंह ਤੇ ਜਿਹੜੀ ਸਿਆਸਤ ਹੋ ਰਹੀ ਹੈ ਉਸ ਦਾ ਰਾਹ ਕੀ ਹੈਗਾ, ਇਸ ਰਾਹ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕੀ ਭਗਤ ਸਿੰਘ ਦੇ ਸੁਪਨਿਆਂ ਨੂੰ ਅੱਜ ਦੀ ਸਿਆਸਤ ਹੈ ਜਿਹੜੀ ਉਹ ਸਾਕਾਰ ਕਰ ਸਕੇਗੀ ਜਾਂ ਭਗਤ ਸਿੰਘ ਦੇ ਨਾਮ ਨੂੰ ਸਿਰਫ ਵਰਤਿਆ ਜਾ ਰਿਹਾ। ਵਾਪਸ ਆ ਰਹੇ एक बार फिर थोड़ा स्वागत करते हैं। तो बड़ा सवाल ਅਸੀਂ ਇਹ ਪੁੱਛ ਰਹੇ ਹਾਂ, कथित भ्रष्टाचार च करिया अपने कैबिनेट मंत्रियों ਲਈ केजरीवाल ने भगत सिंह का नाम क्यों वरत्या। लकेश नाल साहब, ਤੁਹਾਨੂੰ तकलीफ की होगी जे केजरीवाल करप्शन के खिलाफ अपनी एक मुहिम ਵੱਢੀ ਹੋਈ है तो ਤੁਸੀਂ उस मुहिम ਦੇ ਵਿੱਚ ਰੋੜੇ ਅਟਕਾ ਰਹੇ ਹੋ। ਜੇ ਉਹਨਾਂ ਨੇ ਭਗਤ ਸਿੰਘ ਦਾ ਨਾਮ ਲੈਤਾ तो फिर तूफान की आ गया। नारंग साहब, केपी जी ऐसा है कि ਅੱਜ ਦੇ ਯੁੱਗ ਦਾ ਸਭ ਤੋਂ ਵੱਡਾ ਨੁਟੰਕੀਬਾਜ਼ ਹੈ ਅਰਵਿੰਦ ਕੇਜਰੀਵਾਲ। ਉਹ ਜਿਹੜਾ ਨੁਟੰਕੀਬਾਜ਼ ਹੈ, ਇੱਕ ਨੁਟੰਕੀਬਾਜ਼ ਦੂਸਰੇ ਨੁਟੰਕੀਬਾਜ਼ ਨੂੰ ਕਹਿੰਦਾ ਕਿ ਮੈਂ ਤੈਨੂੰ ਸਰਟੀਫਿਕੇਟ ਦਿੰਨਾ ਕਿ ਤੂੰ ਭਗਤ ਸਿੰਘ ਦੇ ਪਦ ਚਿੰਨ੍ਹਾਂ ਤੇ ਚੱਲ ਰਿਹਾ, ਦੂਜਾ ਕਹਿੰਦਾ ਹਾਂ ਵੀ ਮੈਂ ਤੇਰੀ ਗੱਲ ਮੰਨਦਾ। ਜਦ ਇਹਨਾਂ ਨੇ ਦਿੱਲੀ ਦੇ ਵਿੱਚ ਕੇਪੀ ਜੀ ਲਿਕਰ ਦੇ ਵਿੱਚ ਘੁਟਾਲਾ ਕੀਤਾ, ਹੁਣ ਜੇ ਦਿੱਲੀ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ, ਜੇ ਕੋਈ ਸੈਂਟਰਲ ਏਜੰਸੀ ਕਾਰਵਾਈ ਕਰ ਰਹੀ ਹੈ, ਸਬੂਤ ਮਿਲਣ ਤੋਂ ਬਾਅਦ ਜੇ ਉਹਨਾਂ ਨੂੰ ਜਾਂਚ ਬੁਲਾਇਆ ਜਾਂਦਾ ਤੇ ਉਹ ਜਾਂਚ ਤੋਂ ਭੱਜਣ ਦੀ ਬਜਾਏ ਰਾਜ ਘਟ ਜਾ ਕੇ ਕੀ ਹੋ ਜਾਣਾ। ਜੇ ਤੁਸੀਂ ਘੁਟਾਲਾ ਕੀਤਾ ਆ, ਤੁਸੀਂ ਪਾਕ ਸਾਫ ਹੋ, ਤੁਸੀਂ ਇਨਵੈਸਟੀਗੇਸ਼ਨ ਏਜੰਸੀ ਨੂੰ ਫੇਸ ਕਰੋ, ਆਪਣਾ ਕੋਰਟ ਦੇ ਵਿੱਚ ਜਾਓ। ਔਰ ਜਿਹੜੀ ਇਹ ਬਾਰ-ਬਾਰ ਗੱਲਾਂ ਕਰਦੇ ਨੇ ਨਾ ਜੀ ਕਿ ਪਹਿਲਾਂ ਕਹਿੰਦੇ ਸੀ ਕੇਜਰੀਵਾਲ ਸਾਹਿਬ ਸਤਿੰਦਰ ਜੈਨ ਜੀ ਨੂੰ ਨੋਬਲ ਪੁਰਸਕਾਰ ਭਾਰਤ ਰਤਨ ਦੇ ਦਿਓ, ਤੇ ਜੋ ਇੰਨੇ ਹੀ ਇਮਾਨਦਾਰ ਹੁੰਦੇ, ਜੇ ਉਹਨਾਂ ਤੇ ਕੋਈ ਐਲੀਗੇਸ਼ਨ ਨਾ ਹੁੰਦਾ ਤਾਂ 4 ਮਹੀਨੇ 'ਚ ਉਹਨਾਂ ਦੀ ਕੋਈ ਕੋਰਟ ਜ਼ਮਾਨਤ ਕਰ ਦਿੰਦੀ। ਇਹਨਾਂ ਦੇ ਖਿਲਾਫ ਪੁਖਤਾ ਸਬੂਤ ਨੇ ਔਰ ਪੁਖਤਾ ਸਬੂਤ ਦੇ ਹੀ ਇਹਨਾਂ ਨੂੰ ਆਪਣਾ ਜੇਲ੍ਹ ਦੇ ਵਿੱਚ ਦਿੱਤਾ ਗਿਆ। ਔਰ ਭ੍ਰਸ਼ਟਾਚਾਰ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦਾ, ਨਰਿੰਦਰ ਮੋਦੀ ਜੀ ਦੀ ਸਰਕਾਰ ਦਾ 0% ਟੋਲਰੈਂਸ ਹੈ। ਏਜੰਸੀਜ਼ ਨੂੰ ਫ੍ਰੀ ਹੈਂਡ ਨੇ, ਜਿਹੜਾ ਵੀ ਬੰਦਾ ਕਰਪਸ਼ਨ ਕਰੇਗਾ ਉਹਨੂੰ ਉਹਦੀ ਕੌਨਸੀਕੁਐਂਸਿਸ ਫੇਸ ਕਰਨੇ ਪੈਣਗੇ। ਔਰ ਜਿਹੜੇ ਡਰਾਮਾ ਕਰਦੇ ਨੇ ਨਾ ਜੀ ਕੇਪੀ ਜੀ, ਕਿ ਇੱਦਾਂ ਦਾ ਡਰਾਮਾ ਆਪਾਂ ਪਹਿਲਾਂ ਇਹਨਾਂ ਦੀ ਏ ਟੀਮ ਜਿਹੜੀ ਕਾਂਗਰਸ ਆ ਉਹਦੇ ਵੱਲੋਂ ਵੀ ਦੇਖਿਆ ਕਿ ਜਦੋਂ ਰਾਹੁਲ ਗਾਂਧੀ ਨੂੰ ਡਿਪਾਰਟਮੈਂਟ ਨੇ ਕਿਸੇ ਨੇ ਸੰਮਨ ਕੀਤਾ, ਉਹ ਵੀ ਇਹੋ ਜਿਹਾ ਰੋਡ ਤੇ ਮਾਰਚ ਕਰਦੇ ਹੋਏ ਗਏ, ਤੇ ਇਹ ਉਹਨਾਂ ਦੀ ਬੀ ਟੀਮ ਆ। ਇਹਨਾਂ ਨੇ ਵੀ ਉਹੀ ਕੁਝ ਕੀਤਾ ਜੋ ਇਹ ਰਾਹੁਲ ਗਾਂਧੀ ਜੀ ਨੇ ਕੀਤਾ। ਭਾਈ ਜੀ ਤੁਹਾਨੂੰ, ਤੁਸੀਂ ਪਾਕ ਸਾਫ ਹੋ, ਤੁਸੀਂ ਏਜੰਸੀ ਕੋ ਪੇਸ਼ ਹੋਵੋ, ਤੁਸੀਂ ਆਪਣਾ ਜਵਾਬ ਦਿਓ। ਜੇ ਤੁਸੀਂ ਠੀਕ ਹੋ ਤਾਂ ਤੁਹਾਨੂੰ ਕੌਣ ਕਹਿ ਰਿਹਾ, ਤੁਹਾਨੂੰ ਅਦਾਲਤ। ਦੇਖੋ ਮੈਨੂੰ ਇਹ ਸਮਝ ਨਹੀਂ ਆਉਂਦਾ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਨੇ। ਜਦ ਇੱਕ ਬੰਦੇ ਦੇ ਖਿਲਾਫ FIR ਦਰਜ ਹੋ ਗਈ ਤਾਂ ਮੁਲਜ਼ਮ ਤਾਂ ਹੋ ਹੀ ਗਿਆ, ਹੁਣ ਉਹਨੂੰ ਕੋਰਟ ਨੇ ਹੀ ਕਲੀਨ ਚਿੱਟ ਦੇਣੀ ਹੈ। ਇਹਨਾਂ ਦੇ ਕੇਜਰੀਵਾਲ ਸਾਹਿਬ ਦੇ ਜਿਹੜੇ ਮਹਾਨੁਟੰਕੀਬਾਜ਼ ਨੇ, ਉਹਨਾਂ ਦੇ ਕਹਿਣ ਨਾਲ ਉਹਨੇ ਭਗਤ ਸਿੰਘ ਦੇ ਫਾਲੋਅਰ ਨਹੀਂ ਬਣ ਜਾਣਾ, ਨਾ ਹੀ ਕੱਟੜੀ ਅੰਦਰ ਬਣ ਜਾਣਾ। ਹੁਣ ਇਹਦੇ ਪਿੱਛੇ ਕਾਰਨ ਕੀ ਆ ਕੇਪੀ ਜੀ? ਇੱਕ ਮਿੰਟ, ਕਿਉਂਕਿ ਸਾਰਾ ਜਿਹੜਾ ਭ੍ਰਸ਼ਟਾਚਾਰ ਆ ਇਹਦਾ ਜਿਹੜਾ ਕਿੰਗ ਪਿਨ ਆ, ਇਹਨਾਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆ। ਹੁਣ ਉਹਨਾਂ ਨੂੰ ਡਰੇ ਆ ਕਿ ਸਿਸੋਦੀਆ ਤੋਂ ਬਾਅਦ ਹੁਣ ਮੇਰੀ ਵਾਰੀ ਆ, ਇਸ ਲਈ ਇਹ ਸਾਰਾ ਸ਼ੋਰ ਮਚਾਇਆ ਜਾ ਰਿਹਾ ਤਾਂ ਕਿ ਏਜੰਸੀਜ਼ ਦਾ ਧਿਆਨ ਭਟਕਾਇਆ ਜਾ ਸਕੇ। ਠੀਕ। ਵਿਨੋਦ ਭਾਰਤੀ ਜੀ, ਤੁਹਾਡਾ ਟੇਕ ਸਰ। ਸਰ ਪਹਿਲਾਂ ਤਾਂ ਸਾਡਾ ਬੜਾ सख्त प्रोटेस्ट है आम आदमी पार्टी के खिलाफ कि जिन्हां दे उपर करप्शन के चार्जिस लगे है, वो किसी ने उन्होंने अजे फ्री नहीं किया, उन्होंने बेकसूर साबित नहीं किया। और हुणे ही इन्हां दे सुप्रीमो उन्होंने भगत सिंह का रूप कह रहे हैं। पर ये भगत सिंह का रूप ने, जो भगत सिंह ने किया इन्हों ने भी उही करना है। देखो जो भगत सिंह जी ने किया वो ये नहीं कर सकते। सरदार भगत सिंह जी ने शहीद आजम का जो खिताब है उन्होंने कोल, वो साडे हिंदुस्तान च किसी कोल नहीं है। और दूसरी गल कि शहीद भगत सिंह जी ने कभी दिखावा नहीं किया। आम आदमी पार्टी जदों बनी है सरकार पंजाब विच, तां उत्थे उन्हां दे जन्म स्थान ते गए खटकड़ कलां तां 2 करोड़ रुपया पंजाब दे लोकां दा टैक्सां दे रूप च जिहड़ा उन्हां दी मेहनत दा दित्ता होया सी, वो 2 करोड़ रुपया बड़ी बेरहमी दे नाल उत्थे खर्च कीता। शहीद भगत सिंह जी तां कदी इस दिखावे दे शौकीन नहीं सन, ना इस हक च सन। और दूसरी गल
ਜੇਕਰ ਉਹਨਾਂ ਇੱਕ ਅਕਾਲੀ ਲੀਡਰ ਸੀਗੇ ਜਿਨ੍ਹਾਂ ਨੇ ਹੁਣ ਸੰਗਰੂਰ ਤੋਂ ਇਲੈਕਸ਼ਨ ਜਿੱਤਿਆ, ਉਹ ਕਹਿੰਦੇ ਸੀ ਵੀ ਸ਼ਹੀਦ ਭਗਤ ਸਿੰਘ ਤਾਂ ਅੱਤਵਾਦੀ ਸੀਗਾ ਤੇ ਉਹਨਾਂ ਨੇ ਉੱਥੇ ਬੰਬ ਸਿੱਟਿਆ ਸੀਗਾ ਅਸੈਂਬਲੀ ਹਾਲ 'ਚ, ਲੇਕਿਨ ਬੰਬ ਸਿੱਟਿਆ ਸੀ ਉਹ ਇੱਕ ਪਟਾਕਾ ਸੀ ਔਰ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਔਰ ਉੱਥੇ ਸਿੱਟ ਕੇ ਉੱਥੇ ਖੜੇ ਰਹੇ। ਜੇ ਇੰਨਾ ਧੂਆਂ ਹੋ ਗਿਆ ਸੀ ਉੱਥੋਂ ਭੱਜ ਵੀ ਸਕਦੇ ਸੀ, ਲੇਕਿਨ ਉਹ ਭੱਜੇ ਨਹੀਂ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਕੰਨ ਖੋਲਣੇ ਆ, ਤੁਸੀਂ ਸਾਡੀ ਗੱਲ ਨਹੀਂ ਸੁਣ ਰਹੇ। ਇਹੋ ਜਿਹੇ ਸਨ ਸ਼ਹੀਦ ਭਗਤ ਸਿੰਘ। ਇਸ ਤਰ੍ਹਾਂ ਦੇ ਨਹੀਂ ਸਨ ਕਿ ਆਪਣੇ ਤੇ ਐਲੀਗੇਸ਼ਨ ਵੀ ਲੱਗੀ ਜਾਣ ਔਰ ਉਹ ਐਲੀਗੇਸ਼ਨ ਪ੍ਰੂਫ ਵੀ ਹੋਈ ਜਾਣ, ਉਹਨਾਂ ਦੇ ਜਿਹੜੇ ਸਪੋਰਟਰ ਹੈ ਉਹ ਫੜੇ ਵੀ ਜਾਣ। ਮੈਂ ਕਹਿੰਦਾ ਜੀ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ। ਜੇ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਤਾਂ ਉਹਦਾ ਵੀ ਤਾਂ ਜਵਾਬ ਕੋਰਟ 'ਚ ਹੈ। ਜੇ ਤੁਸੀਂ ਪੰਜਾਬ 'ਚ ਕਾਂਗਰਸ ਨਾਲ ਵੈਂਡੇਟਾ ਪੋਲਿਟਿਕਸ ਕਰ ਰਹੇ ਹੋ ਤਾਂ ਇਹਦਾ ਵੀ ਤਾਂ ਜਵਾਬ ਕੋਰਟ 'ਚ ਹੀ ਹੋ ਰਿਹਾ ਨਾ। ਭਾਰਤੀ ਸ਼ਾਇਦ ਤੁਸੀਂ ਭੁੱਲ ਗਏ, ਤੁਸੀਂ ਉਸੇ ਇਲਾਕੇ ਨਾਲ ਸੰਬੰਧ ਰੱਖਦੇ ਹੋ। ਜੇ ਕੋਰਟ ਤੇ ਤੁਸੀਂ ਇੰਨਾ ਬਲੀਵ ਕਰਦੇ ਹੋ ਭਾਰਤੀ ਜੀ, ਕਰਨਾ ਹੀ ਪਊਗਾ, ਫਿਰ ਤੁਸੀਂ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਉਸੇ ਧਰਨੇ ਕੋ ਲਾ ਰਹੇ ਸੀਗੇ, ਉੱਥੇ ਕੋ ਬਹਿ ਗਏ ਸੀ ਬਾਹਰ ਜਾ ਕੇ? ਸਾਰੇ ਵਰਕਰਸ ਦਾ ਪਿਆਰ ਆ ਉਹਨਾਂ ਦੇ ਨਾਲ, ਵਰਕਰਸ ਉੱਥੇ ਗਏ, ਉੱਥੇ ਵਰਕਰਸ ਦਾ ਪਿਆਰ ਹੈ। ਜੇ ਇੱਥੇ ਸਿਸੋਦੀਆ ਰਾਣੇ ਐਡਾ ਵੱਡਾ ਰੈਲਾ ਕੱਢ ਲਿਆ ਤੇ ਉਹ ਤੁਹਾਨੂੰ ਵਰਕਰਾਂ ਦਾ ਪਿਆਰ ਨਹੀਂ ਲੱਗਦਾ? ਉਹ ਤੁਹਾਨੂੰ ਤਾਮਝਾਮ ਲੱਗਦਾ? ਅਸੀਂ ਤਾਂ ਕਹਿੰਦੇ ਆ ਕਿ ਹੋਰ ਇਕੱਠੇ ਕਰਕੇ ਲੈ ਜਾਣ ਨਾਲ, ਅਸੀਂ ਨਹੀਂ ਇਸ ਗੱਲ ਨੂੰ ਕਹਿੰਦੇ, ਉਹ ਹੋਰ ਇਕੱਠੇ ਕਰਕੇ ਲੈ ਜਾਣ। ਲੇਕਿਨ ਜਿਹੜਾ ਕੋਰਟ ਦਾ ਪ੍ਰੋਸੈਸ ਹੈ, ਜੋ ਸੀਬੀਆਈ ਦਾ ਪ੍ਰੋਸੈਸ ਹੈ, ਹੁਣੇ ਕਹਿ ਰਹੇ ਸੀ ਸੰਘੇੜਾ ਸਾਹਿਬ ਕਿ ਉਹਨਾਂ ਦੇ ਘਰ 14 ਘੰਟੇ ਰੇਡ ਹੋਈ, ਜੇ ਕੁਝ ਨਹੀਂ ਮਿਲਿਆ ਤਾਂ ਸੀਬੀਆਈ ਨੇ ਵੀ ਕਿਹਾ ਵੀ ਇੱਥੋਂ ਨਹੀਂ ਮਿਲਿਆ। ਲੇਕਿਨ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਲੜਾਈ ਹੈ ਉਹ ਤਾਂ ਕਰਪਸ਼ਨ, ਉਹਨਾਂ ਦੇ ਉੱਪਰ ਕਰਪਸ਼ਨ ਦੇ ਐਲੀਗੇਸ਼ਨ ਲੱਗੇ ਔਰ ਉਹਨਾਂ ਦੀ ਜਿਹੜੀ ਪਾਲਿਸੀ ਬਣਾਈ ਹੋਈ ਸੀਗੀ ਉਹ ਪਾਲਿਸੀ ਫੇਲ ਹੋ ਗਈ। ਉਸ ਪਾਲਿਸੀ ਨੂੰ ਉਹਨਾਂ ਨੇ ਅਖੀਰ 'ਚ ਵਾਪਸ ਲਿੱਤਾ ਔਰ ਜਿਹੜੀ ਲਾਇਸੈਂਸ ਫੀਸ ਸੀਗੀ ਉਹ ਲਾਇਸੈਂਸ ਫੀਸ ਇਹਨਾਂ ਨੇ ਘਟਾ ਕੇ ਉਹਨੂੰ ਘਟਾਤਾ। ਲਾਇਸੈਂਸ ਫੀਸ ਘਟਾਉਣ ਤੋਂ ਜਿਹੜਾ ਡਿਫਰੈਂਸ ਸੀਗਾ ਉਹ ਰੁਪਈਆ ਕਿੱਥੇ ਗਿਆ, ਇਹੀ ਸਰਕਾਰ ਲੱਭਣਾ ਚਾਹੁੰਦੀ। ਚਲੋ ਠੀਕ ਹੈ। ਪ੍ਰਸਮਜੀਤ ਸਿੰਘ, ਜਿਹੜੇ ਪਾਲਿਸੀ ਦੇ ਮੈਟਰ ਹੁੰਦੇ ਸਰਕਾਰ ਦੇ, ਉਹਨਾਂ ਨੂੰ ਖੰਗਾਲਣਾ ਬੜਾ ਔਖਾ ਹੁੰਦਾ ਕਿਸੇ ਵੀ ਏਜੰਸੀ ਲਈ, ਚਾਹੇ ਉਹ ਸੀਬੀਆਈ ਹੈ, ਈਡੀ ਹੈ। ਇਹ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਜਿਸ ਤਰੀਕੇ ਨਾਲ ਵਾਰ-ਵਾਰ ਆਮ ਆਦਮੀ ਪਾਰਟੀ ਦਿੱਲੀ ਸਰਕਾਰ ਦਾਅਵਾ ਕਰਦੀ ਹੈ ਵੀ ਚਾਹੇ ਉਹਨਾਂ ਨੂੰ ਸਟੈਪ ਬੈਕ ਕਰਨਾ ਪਿਆ, ਪਰ ਉਸ ਦੇ ਬਾਵਜੂਦ ਉਹ ਇਸ ਦਾਅਵੇ ਵਿੱਚ ਖੜੇ ਆ ਕਿ ਅਸੀਂ ਬਿਲਕੁਲ ਪਾਕ ਸਾਫ਼ ਹੈ। ਪ੍ਰਸਮਜੀਤ ਸਿੰਘ, ਇਹ ਦਾਅਵਾ ਕਿਉਂ ਕਰਨ 'ਚ ਕਾਮਯਾਬ ਹੋ ਰਹੇ ਹੋ? ਨਹੀਂ, ਬਿਲਕੁਲ ਠੀਕ ਹੈ। ਮੈਂ ਤਾਂ ਕਹਿੰਦਾ ਸਗੋਂ ਹੋਰ ਸਰਟੀਫਿਕੇਟ ਮਿਲ ਜੂਗਾ ਤੇ ਆਉਣ ਵਾਲੇ 26 ਜਨਵਰੀ ਨੂੰ ਉਹਨਾਂ ਨੂੰ ਥੋੜਾ ਜਿਹਾ ਦੇਸ਼ ਦੇ ਵਿੱਚ ਖੜੇ ਕਰਕੇ ਉੱਥੇ ਸਾਰਿਆਂ ਦੇ ਸਾਹਮਣੇ ਸੁਸ਼ੋਭਿਤ ਵੀ ਕਰਨਾ ਚਾਹੀਦਾ, ਆਨਰ ਵੀ ਕਰਨਾ ਚਾਹੀਦਾ ਕਿ ਇਹ ਅਸਲੀ ਪੋਲੀਟੀਸ਼ੀਅਨ ਹੈ ਜਿਨ੍ਹਾਂ ਦੇ ਅੱਲੇ ਪੱਲਿਓਂ ਕੁਛ ਨਹੀਂ ਮਿਲਿਆ, ਬਿਲਕੁਲ ਪਾਕ ਦਾਮਨ ਹੈ। ਇਹੋ ਜਿਹੇ ਪੋਲੀਟੀਸ਼ੀਅਨ ਉਹ ਰੋਲ ਮਾਡਲ ਹੋਣੇ ਚਾਹੀਦੇ ਆ। ਇਹਦੇ ਵਿੱਚ ਅਸੀਂ ਨਹੀਂ ਕਿਸੇ ਨੂੰ ਜ਼ਬਰਦਸਤੀ ਕਹਿੰਦੇ, ਪਰ ਫਿਰ ਇੰਨਾ ਹਾਏ ਤੋਂ ਬਾ ਕਿਹੜੀ ਗੱਲ ਦੀ, ਮਿਲਿਆ ਨਹੀਂ, ਪੈਨਸ਼ਨ ਨਹੀਂ ਮਿਲੂਗੀ, ਕਾਗਜ਼ ਨਹੀਂ ਮਿਲੂਗਾ, ਉੱਥੇ ਤੇ ਇੱਕ ਝਾੜੂ ਦਾ ਤੀਲਾ ਵੀ ਨਹੀਂ ਮਿਲੂਗਾ। ਇਹ ਕੀ ਕਰਦੇ ਆ, ਝਾੜੂ ਵੀ ਅਸੀਂ ਬਾਹਰ ਹੀ ਰੱਖਦੇ ਆ। ਮਤਲਬ ਇੰਨੀਆਂ ਗੱਲਾਂ ਬਣਾਉਣ ਦੀ ਲੋੜ ਕੀ ਆ? ਲਾ ਮੈਂ ਤੁਹਾਨੂੰ ਹੁਣੇ ਦੱਸ ਦੇਣਾ, ਇਹ ਤੇ ਜੀ ਮਹੀਨੇ ਬਾਅਦ ਉਹਦੇ ਰੇਡ ਹੋਊਗਾ, ਹੁਣ ਉਹਨੂੰ ਫੜਿਆ ਜਾਊਗਾ, ਹੁਣ ਉਹਨੂੰ ਅੰਦਰ ਲੈ ਜਾਣਗੇ, ਹੁਣ ਬਾਹਰ ਕੱਢ ਦੇਣਗੇ। ਇਹ ਗੱਲਾਂ ਕਰਨ ਦੀ ਲੋੜ ਕੀ ਹੈ? ਚੁੱਪ ਕਰਕੇ ਤੁਸੀਂ ਕਹੋ ਜੀ ਬਿਲਕੁਲ ਠੀਕ ਹੈਗੀ ਆ, ਜੇ ਉਹਨਾਂ ਨੂੰ ਸ਼ੱਕ ਹੈ ਅਸੀਂ ਉਹਨਾਂ ਦੇ ਸਾਰੇ ਸ਼ੱਕ ਤੋਂ ਬਾਅਦ ਦੂਰ ਕਰ ਦਾਂਗੇ। ਗੱਲ ਮੈਨੂੰ ਐਂ ਲੱਗਦੀ ਹੈ ਕਿ ਕੇਜਰੀਵਾਲ ਜੀ ਖੁਦ IIT ਦੇ ਪੜ੍ਹੇ ਹੋਏ ਆ, ਕੋਈ ਬੇਵਕੂਫ ਪੋਲੀਟੀਸ਼ੀਅਨ ਥੋੜੀ ਹੈ, ਔਰ ਉਹ IRS ਰਹੇ ਹੋਏ ਆ, ਔਰ ਉਹਨਾਂ ਨੂੰ ਪਤਾ ਕਿ ਇਨਕਮ ਟੈਕਸ ਕੀ ਹੁੰਦਾ, ਸਾਰਾ ਕੁਝ ਕੀ ਹੁੰਦਾ, ਰੈਵਨਿਊ ਸਰਵਿਸ ਕੀ ਹੁੰਦੀ ਹੈ। ਉਹਨਾਂ ਨੇ ਇਸ ਢੰਗ ਦੇ ਨਾਲ ਸਾਰੀ ਚੀਜ਼ ਦੀ ਜੁਗਾੜਬਾਜ਼ੀ ਕੀਤੀ ਹੋਈ ਹੈ ਕਿ ਜਿਹੜਾ ਛੇਤੀ ਤੁਹਾਡੇ ਕੋਈ ਹੱਥ ਪ੍ਰੂਫ ਲੱਗ ਨਹੀਂ ਸਕਦਾ। ਇਸੇ ਕਰਕੇ ਉਹ ਕਹਿੰਦੇ ਕਿ ਅਸੀਂ ਪਾਕਦਾਮ ਨੇ। ਚਲੋ ਮੈਂ ਹੋਰ ਥੋੜਾ ਬ੍ਰੇਕ ਲਊਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਭ੍ਰਿਸ਼ਟਾਚਾਰ, ਭਗਤ ਸਿੰਘ ਤੇ ਸਿਆਸਤ ਕਿਹੜੇ ਰਾਹ ਤੇ ਜਾ ਰਹੀ ਹੈ, ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਆ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਕਥਿਤ ਭ੍ਰਿਸ਼ਟਾਚਾਰ 'ਚ ਕਰਿਆ ਆਪਣੇ ਕੈਬਨਿਟ ਮੰਤਰੀ ਲਈ ਕੇਜਰੀਵਾਲ ਨੇ ਭਗਤ ਸਿੰਘ ਦਾ ਨਾਮ ਕਿਉਂ ਵਰਤਿਆ? ਜਗਤਾਰ ਸਿੰਘ ਸੰਘੇੜਾ, ਜਿਹੜੇ ਤੁਹਾਡੇ ਸਾਥੀ ਸਪੋਕਸਪਰਸਨ ਬੈਠੇ ਆ, ਹੋ ਸਕਦਾ ਤੁਸੀਂ ਇਹਨਾਂ ਟਿੱਪਣੀਆਂ ਤੋਂ ਤੰਗ ਆ ਜਾਓ, ਪਰ ਅਸ਼ੋਕ ਪੰਡਿਤ ਉਹਨਾਂ ਦਾ ਇੱਕ ਬਿਆਨ ਛਪਿਆ, ਬਹੁਤ ਵੱਡੇ ਫਿਲਮ ਮੇਕਰ ਆ, ਉਹ ਕਹਿੰਦੇ ਵੀ ਕੇਜਰੀਵਾਲ ਨੂੰ ਥੋੜ੍ਹੀ ਟਿਊਸ਼ਨ ਲੈਣੀ ਚਾਹੀਦੀ ਹੈ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ। ਸੰਘੇੜਾ ਸਾਹਿਬ। KP ਸਿੰਘ ਜੀ, ਪਹਿਲੀ ਗੱਲ ਤਾਂ ਇਹ ਕਿ ਤਿੰਨੋਂ ਹੀ ਬੁਲਾਰੇ ਜਿਹੜੇ ਨੇ ਸਤਿਕਾਰ ਸਹਿਤ ਮੈਂ ਕਹਿਣਾ ਚਾਹੁੰਦਾ ਕਿ ਤਿੰਨੋਂ ਹੀ ਅੱਜ ਮਤਲਬ ਇਕੱਠੇ ਨੇ ਤੇ ਮੈਂ ਇਕੱਲਾ ਹੈਗਾ।
ਤੇ ਮੈਨੂੰ ਤਿੰਨਾਂ ਜੋਗਾ ਹੀ ਟਾਈਮ ਮਿਲਣਾ ਚਾਹੀਦਾ, ਤਾਂ ਹੀ ਬੈਲੈਂਸ ਤੁਸੀਂ ਹੋ ਸਕਦਾ ਇਕੱਲੇ ਹੈ ਕਿਉਂ? ਨਾ। ਤੁਹਾਡੇ ਨਾਲ ਭਗਤ ਸਿੰਘ ਹੈ ਸੰਘੇੜਾ ਸਾਹਿਬ। ਨਹੀਂ, ਇਹ ਉਹ ਤਾਂ ਤਾਂ ਭਗਤ ਸਿੰਘ ਸਾਡੇ ਦੀ ਆਈਡੀਓਲੋਜੀ ਨੂੰ ਫਾਲੋ ਨਹੀਂ ਨਾ ਕਰਦੇ, ਸਿਰਫ ਮੇਰੇ ਤੁਸੀਂ ਕਰਦੇ ਹੋ ਨਾਲ ਇਕੱਲੇ। ਭਗਤ ਸਿੰਘ ਵੀ ਹੈਗਾ, ਮੇਰੇ ਨਾਲ ਗੁਰੂ ਗੋਬਿੰਦ ਸਿੰਘ ਜੀ ਵੀ ਹੈਗੇ ਆ, ਮੇਰੇ ਨਾਲ ਗੁਰੂ ਨਾਨਕ ਦੇਵ ਜੀ ਵੀ ਹੈਗੇ ਆ। ਉਸ ਪਾਸੇ ਨਹੀਂ ਮੈਂ ਕਹਿ ਰਿਹਾ, ਮੈਂ ਅੱਜ ਦੀ ਡਿਬੇਟ ਦੀ ਗੱਲ ਕਰ ਰਿਹਾ। ਬੋਲੋ ਸਰ, ਬੋਲੋ। ਕਿ ਮੈਨੂੰ ਵੀ ਟਾਈਮ ਮਿਲਣਾ ਚਾਹੀਦਾ। ਹਾਂ। ਪਹਿਲੀ ਗੱਲ ਤਾਂ ਮੈਂ ਪੋਲਿਟਿਕਸ ਜਿਹੜੀ ਪ੍ਰੈਸ ਸਾਹਿਬ ਕਹਿੰਦੇ ਸੀ ਪਰਸੈਪਸ਼ਨ ਬਣਾਉਣਾ ਚਾਹੁੰਦੇ ਆ, ਦੇਖੋ ਪਰਸੈਪਸ਼ਨ ਦਾ ਆਫ ਕੋਰਸ ਪੋਲਿਟਿਕਸ ਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਆ, ਇਹਦੇ ਬਾਰੇ ਕੋਈ ਦੂਸਰੀ ਗੱਲ ਹੈ ਨਹੀਂ ਗੀ। ਤੇ ਜਿਹੜੀ ਬਾਰ-ਬਾਰ ਇਹ ਕਰਪਸ਼ਨ ਦੀ ਗੱਲ ਕੀਤੀ ਜਾ ਰਹੀ ਆ, ਇਸ ਡਿਬੇਟ ਦੇ ਵਿੱਚ ਪਰਸੈਪਸ਼ਨ ਬਣਾਈ ਜਾ ਰਹੀ ਹੈ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮਨੀਸ਼ ਸਿਸੋਦੀਆ ਜੀ ਘਿਰੇ ਹੋਏ ਆ। ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਨੰਬਰ 2 ਤੇ ਜਿਹੜਾ ਇਹ ਇਨਕੁਆਇਰੀ ਨਹੀਂ ਹੋਣ ਦੇਣਾ ਚਾਹੁੰਦੇ, ਇਹ ਵੀ ਕੋਈ ਗੱਲ ਨਹੀਂ, ਇਹਦੀ ਵੀ ਪਰਸੈਪਸ਼ਨ ਬਣਾਈ ਜਾ ਰਹੀ ਹੈ। ਅਸੀਂ ਬਿਲਕੁਲ ਨਹੀਂ ਕਿਹਾ ਕਿ ਇਨਕੁਆਇਰੀ ਨਹੀਂ ਹੋਣੀ ਚਾਹੀਦੀ, ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਗ੍ਰਿਫਤਾਰ ਕਰੋ ਜੇ ਕਰਨਾ, ਤਾਂ ਜੋ ਕੁਝ ਵੀ ਕਰੋ, ਕਿਸੇ ਚੀਜ਼ ਦਾ ਵਿਰੋਧ ਨਹੀਂ ਕੀਤਾ। ਜਿੱਦਣ 14 ਘੰਟੇ ਘਰ ਦੀ ਵੀ ਸਰਚ ਹੋਈ ਹੈ, ਅਸੀਂ ਵੈਲਕਮ ਕੀਤਾ ਹੈ, ਸਹਿਯੋਗ ਦਿੱਤਾ। ਬਾਰ-ਬਾਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਸਹਿਯੋਗ ਦੇਵਾਂਗੇ। ਅਸੀਂ ਕੋਈ ਕਿਸੇ ਏਜੰਸੀ ਦੀ ਕਾਰਵਾਈ ਦਾ ਵਿਰੋਧ ਨਹੀਂ ਕਰਦੇ, ਅਸੀਂ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਆ, ਜਦੋਂ ਤਸੱਲੀ ਹੋ ਜਾਏਗੀ ਠੀਕ ਹੈ। ਪਰ ਉਹਦੇ ਬਹਾਨੇ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ, ਵੈਂਡੇਟਾ ਪੋਲਿਟਿਕਸ ਕੀਤੀ ਜਾ ਰਹੀ ਹੈ, ਪ੍ਰਚਾਰ ਕੀਤਾ ਜਾ ਰਿਹਾ, ਲਗਾਤਾਰ ਉਹਨੂੰ ਲਟਕਾਇਆ ਜਾ ਰਿਹਾ। ਤੁਸੀਂ ਦੱਸੋ ਵੀ 1 ਮਹੀਨੇ ਦੇ ਵਿੱਚ, ਹੁਣ ਤੱਕ 1 ਮਹੀਨਾ ਹੋ ਗਿਆ ਕਾਰਵਾਈਆਂ ਚੱਲਦੀਆਂ ਨੂੰ, ਸੀਬੀਆਈ ਦੇ ਮੂੰਹੋਂ ਤੁਸੀਂ ਕਦੀ ਸੁਣਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਹੋਏ ਆ? ਬੁਲਾਰੇ ਆ ਕੇ ਭਾਰਤੀ ਜਨਤਾ ਪਾਰਟੀ ਦੇ, ਕਾਂਗਰਸ ਪਾਰਟੀ ਦੇ ਤੇ ਸਿਆਸੀ ਮਾਰ ਤੇ ਹੋਰ ਸਾਰੇ ਕਹੀ ਜਾਂਦੇ ਜੀ ਘਿਰ ਗਏ। ਕੋਈ ਇਦਾਂ ਦੀ ਗੱਲ ਨਹੀਂ। ਰਹੀ ਗੱਲ ਜਿਹੜੀ ਆ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਹੋਣਾ ਦੀ ਗੱਲ, ਦੇਖੋ ਸਾਡੇ ਸਾਰੇ ਪ੍ਰੇਰਨਾ ਸਰੋਤ ਨੇ। ਮੈਂ ਦੁਬਾਰਾ ਫਿਰ ਕਹਿੰਦਾ ਆ, ਪ੍ਰੋਫੈਸਰ ਮਨਜੀਤ ਸਿੰਘ ਹੋਣਾ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਦੀ ਗੱਲ ਨੂੰ ਵਿੱਚ ਵਾੜਿਆ ਹੈਗਾ। ਉਹ ਪ੍ਰੈਸ ਸਾਹਿਬ ਉਹ ਅਲੱਗ ਚੀਜ਼ ਹੈ, ਉਹ ਧਾਰਮਿਕ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਕੋਈ ਨਹੀਂ ਰਚ ਸਕਦਾ, ਪਰ ਫਿਲਮਾਂ 'ਚ ਵੀ ਕੋਈ ਉਹਨਾਂ ਦਾ ਰੋਲ ਨਹੀਂ ਕਰ ਸਕਦਾ। ਅਮਰ ਸ਼ਹੀਦ ਭਗਤ ਸਿੰਘ ਹੋਣਾ ਦਾ, ਰਾਜਗੁਰੂ ਹੋਣਾ ਦਾ, ਸੁਖਦੇਵ ਹੋਣਾ ਦਾ ਰੋਲ ਕਰ ਸਕਦੇ ਆ। ਫਿਲਮਾਂ ਵੀ ਬਣੀਆਂ ਉਹਨਾਂ ਤੇ ਉਹਨਾਂ ਨੂੰ ਆਪਾਂ ਡਿਫਰੈਂਟ ਤਰੀਕੇ ਨਾਲ ਲੈਣੇ ਆ। ਤੇ ਬਾਕੀ ਤੁਹਾਨੂੰ ਵੀ ਪਤਾ ਹੀ ਆ ਕਿ ਜਿੰਨੇ ਰਿਲੇਟਿਵ ਹੈਗੇ ਆ ਉਹਨਾਂ ਦੇ, ਨੈਕਸਟ ਜਨਰੇਸ਼ਨ ਦੇ ਵੀ, ਅੱਗੇ ਵੀ ਜਾ ਕੇ ਤੁਸੀਂ ਵੀ ਉਹਨਾਂ ਨੂੰ ਜਾਣਦੇ ਹੋ, ਮੈਂ ਵੀ ਉਹਨਾਂ ਨੂੰ ਜਾਣਦਾ। ਆਮ ਆਦਮੀ ਪਾਰਟੀ ਦੀਆਂ ਸਟੇਜਾਂ ਤੇ ਵੀ ਉਹ ਆਉਂਦੇ ਰਹੇ ਆ, ਤੁਸੀਂ ਵੀ ਉਹਨਾਂ ਦਾ ਨਿੱਜੀ ਤੌਰ ਤੇ ਸਤਿਕਾਰ ਕਰਦੇ ਹੋ, ਮੇਰਾ ਵੀ ਉਹਨਾਂ ਸਾਹਮਣੇ ਸਿਰ ਝੁਕਦਾ ਆ। ਸੋ ਇਹਦੇ 'ਚ ਕੋਈ ਦੂਜੀ ਗੱਲ ਹੀ ਹੈ ਨਹੀਂ ਕਿ ਅਸੀਂ ਉਹਨੂੰ ਮਿਸਯੂਜ਼ ਕਰ ਰਹੇ ਹਾਂ ਨਾਂ ਨੂੰ ਜਾਂ ਕਿਸ ਤਰ੍ਹਾਂ। ਅਸੀਂ ਤਾਂ ਸਾਰੇ ਦਫ਼ਤਰਾਂ 'ਚ ਫੋਟੋਆਂ ਆਫੀਸ਼ੀਅਲੀ ਲਵਾਈਆਂ ਹੈਗੀਆਂ ਅਮਰ ਸ਼ਹੀਦ ਸਾਹਿਬ ਭਗਤ ਸਿੰਘ ਹੁਣਾਂ ਦੀਆਂ ਵੀ। ਅੱਛਾ, ਮੈਨੂੰ ਸੰਘੇੜਾ ਸਾਹਿਬ ਇਹ ਦੱਸੋ, ਸੰਘੇੜਾ ਸਾਹਿਬ ਜੇ ਗੁਜਰਾਤ ਵਿੱਚ ਤੁਸੀਂ ਇਲੈਕਸ਼ਨ ਜਿੱਤ ਕੇ ਸੰਘੇੜਾ ਸਾਹਿਬ, ਉੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਫੋਟੋ ਲਾਉਣੀ ਹੈ ਜਾਂ ਮਹਾਤਮਾ ਗਾਂਧੀ ਹਰਾਂ ਦੀ ਲਾਉਣੀ ਹੈ? ਨਹੀਂ, ਇਹ ਨਹੀਂ ਮੈਂ ਕਹਿ ਸਕਦਾ, ਇਹ ਤਾਂ ਉੱਥੇ ਦੀ ਜਿਹੜੀ ਸਰਕਾਰ। ਫਿਰ ਸਰ ਸਵਾਲ ਤਾਂ ਇਹੀ ਹੈ ਨਾ ਸਰ, ਗੁਜਰਾਤ ਜਾਂਦੇ ਆ ਆਪਾਂ, ਗਾਂਧੀ ਜੀ ਆ ਜਾਂਦੇ ਆ, ਪੰਜਾਬ ਆਉਂਦੇ ਆ, ਸ਼ਹੀਦ ਆਜ਼ਮ ਭਗਤ ਸਿੰਘ ਆ ਜਾਂਦੇ ਆ। ਮੈਂ ਤਾਂ ਸਵਾਲ ਕਰ ਰਿਹਾ ਸੰਘੇੜਾ ਸਾਹਿਬ, ਮੈਨੂੰ ਕੋਈ ਇਤਰਾਜ਼ ਨਹੀਂ ਸਰ, ਉਹਨਾਂ ਦਾ ਆਪਦਾ ਸਥਾਨ ਹੈ ਸਾਰਿਆਂ ਦਾ। ਨਹੀਂ, ਮੈਂ ਹੁਣ ਇਹਦੇ ਬਾਰੇ ਨਹੀਂ ਮੈਂ ਕੁਝ ਵੀ ਕਹਿ ਸਕਦਾ, ਬਿਕੋਜ਼ ਇਹ ਤਾਂ ਉੱਥੇ ਦੀ ਪਾਰਟੀ ਨੇ ਦੇਖਣਾ ਹੈ ਨਾ। ਚਲੋ ਠੀਕ ਹੈ, ਹਾਂਜੀ ਠੀਕ ਹੈ। ਲੋਕੇਸ਼ ਨਾਲ ਸਾਹਿਬ ਬੋਲੋ, ਕੀ ਕਹਿਣਾ ਚਾਹ ਰਹੇ? ਦੇਖੋ ਸੰਘੇੜਾ ਜੀ ਜਿਹੜੀ ਕਹਿ ਰਹੇ ਮੇਰੀ ਗੱਲ ਜੀ ਵਿੱਚੇ ਮੈਂ ਆ ਰਿਹਾ ਸੰਘੇੜਾ ਸਾਹਿਬ, ਆ ਜਾਊਗਾ ਤੁਹਾਡੇ ਕੋਲ, ਫਿਰ ਆ ਜਾਊਗਾ। ਹਾਂ ਲੋਕੇਸ਼ ਨਾਲ ਸੰਘੇੜਾ ਜਿਹੜੀ ਇਹ ਗੱਲ ਕਰ ਰਹੇ, ਸੰਘੇੜਾ ਜੀ ਵੀ ਸੀਬੀਆਈ ਕੁਝ ਨਹੀਂ ਕਹਿੰਦੀ ਪਈ, ਇਹਨਾਂ ਨੇ ਸ਼ਾਇਦ ਸੀਬੀਆਈ ਦੀ FIR ਪੜ੍ਹੀ ਨਹੀਂ ਆ। ਉਹ 'ਚ ਦੋਸ਼ੀ ਨੰਬਰ 1 ਮਨੀਸ਼ ਸਿਸੋਦੀਆ ਵਾ, ਦੋਸ਼ੀ ਨੰਬਰ 1 ਮਨੀਸ਼ ਸਿਸੋਦੀਆ ਵਾ। ਤੇ ਮੇਰੇ ਨਾਲੋਂ ਵੱਧ ਤੁਸੀਂ ਆਮ ਆਦਮੀ ਪਾਰਟੀ ਵਾਲੇ ਕਾਨੂੰਨ ਨੂੰ ਸਮਝਦੇ ਹੋ ਕਿ ਦੋਸ਼ੀ ਜਦੋਂ ਬਣ ਗਿਆ ਤੇ ਉਹਨੂੰ ਕੋਰਟ ਨੇ ਹੀ ਕਲੀਨ ਚਿੱਟ ਦੇਣੀ ਆ। ਇਸ ਵੇਲੇ ਇਹੀ ਮੰਨਿਆ ਜਾਊਗਾ ਕਿ ਉਹ ਭ੍ਰਿਸ਼ਟਾਚਾਰੀ ਆ, ਉਹਨੇ ਲਿਕਰ ਦੇ ਵਿੱਚ ਸਕੈਮ ਕੀਤਾ ਵਾ, ਅਰਵਿੰਦ ਕੇਜਰੀਵਾਲ ਜੀ ਦੀ ਸ਼ਹਿ ਤੇ ਸਕੈਮ ਕੀਤਾ ਵਾ, ਔਰ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਉਹ ਜਿਹੜੇ ਰੀਅਲ ਕਲਪਰੇਟ ਆ ਉਹ ਫੜ ਕੇ ਜੇਲ੍ਹ ਦੇ ਅੰਦਰ ਭੇਜਣੇ ਚਾਹੀਦੇ ਆ। ਤੁਸੀਂ ਅੱਜ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਮਨੀਸ਼ ਸਿਸੋਦੀਆ ਨੂੰ ਤੁਸੀਂ ਕਲੀਨ ਚਿੱਟ ਦੇਣ ਤੇ ਲੱਗੇ ਹੋਏ ਹੋ। ਤੁਹਾਡੇ ਸਤਿੰਦਰ ਜੈਨ ਨੂੰ ਜਿਹੜੇ ਤੁਸੀਂ ਕੋਰਟਾਂ ਦੀਆਂ ਗੱਲਾਂ ਕਰਦੇ, ਜਿਹਨੇ ਤੁਸੀਂ ਪੰਜਾਬ 'ਚ ਝੂਠੇ ਪਰਚੇ ਦਰਜ ਕੀਤੇ ਆ, ਸਾਰੇ ਦੇ ਅਦਾਲਤਾਂ ਨੇ ਜ਼ਮਾਨਤ ਦੇ ਦਿੱਤੀ। ਦਿੱਲੀ 'ਚ ਤੁਹਾਡਾ ਮੰਤਰੀ ਨੂੰ 4 ਮਹੀਨੇ ਤੋਂ ਉੱਪਰ ਹੋ ਗਏ, ਕੋਈ ਕੋਰਟ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਹੈ ਕਿਉਂਕਿ ਇੰਨੇ ਪੁਖਤਾ ਸਬੂਤ ਨੇ। ਚਲੋ, ਸੁੰਦਰ ਸ਼ਾਮ ਅਰੋੜਾ ਤੇ ਉੱਤੇ ਜਿਹੜੀ ਕਾਰਵਾਈ ਹੋਈ ਉਹ ਪੋਲੀਟੀਕਲ ਵੈਂਡੇਟਾ ਹੈ ਨਾਰੰਗ ਸਾਹਿਬ? ਦੇਖੋ ਹਾਂ, ਮੈਂ KP ਜੀ ਨੇ ਹਾਲ ਤੱਕ ਇਹ ਸਵਾਲ ਪੁੱਛਿਆ ਕਿਉਂ ਨਹੀਂ ਹੈਗਾ। ਦੇਖੋ ਐਸਾ ਹੈ ਕਿ ਸੁੰਦਰ ਸ਼ਾਮ ਅਰੋੜਾ ਜੀ ਦਾ ਜਿਹੜਾ ਮੈਟਰ ਹੈ ਅੰਡਰ ਇਨਵੈਸਟੀਗੇਸ਼ਨ ਵਿਜੀਲੈਂਸ ਦੇ ਕੋਲ ਹੈ, ਤੇ ਉਹਦੇ ਤੇ ਜੋ ਵੀ ਉਹਦਾ ਹੋਏਗਾ, ਸਾਡੀ ਇਹ ਮੰਨਣਾ ਹੈ ਕਿ ਉਹਨਾਂ ਨੂੰ ਵਿਜੀਲੈਂਸ ਨੇ ਜਾਂ ਇਸ ਸਰਕਾਰ ਨੇ ਝੂਠੇ ਕੇਸ 'ਚ ਫਸਾਇਆ ਹੈ। ਪਰ ਕਿਉਂਕਿ ਮੈਟਰ ਅੰਡਰ ਇਨਵੈਸਟੀਗੇਸ਼ਨ ਹੈ, ਅਸੀਂ ਦੇਖੋ ਜਿਹਦਾ ਇਹ ਹਾਏ ਤੋਬਾ ਮਚਾ ਰਹੇ ਨੇ ਮਨੀਸ਼ ਸਿਸੋਦੀਆ ਨੂੰ ਲੈ ਕੇ, ਅਸੀਂ ਤਾਂ ਕੋਈ ਹਾਏ ਤੋਬਾ ਨਹੀਂ ਮਚਾ ਰਹੇ ਸੁੰਦਰ ਸ਼ਾਮ ਅਰੋੜਾ ਨੂੰ ਲੈ ਕੇ। ਤੇ ਜੇ ਕੋਈ ਬੰਦਾ ਅੰਡਰ ਇਨਕੁਆਇਰੀ ਹੈ
ਉਹਨੂੰ ਇਨਕੁਆਇਰੀ ਫੇਸ ਕਰਨ ਦਿਓ। ਆਪਾਂ ਉਹਦਾ ਪਬਲਿਕ ਪਰਸੈਪਸ਼ਨ ਬਣਾਉਣ ਦੀ ਕਿਉਂ ਕੋਸ਼ਿਸ਼ ਕਰਦੇ ਆ? ਚਲੋ ਜਿਹੜੇ ਕਾਂਗਰਸ ਦੇ ਸਾਬਕਾ ਮੰਤਰੀ ਸ਼ਿਕੰਜੇ ਵਿੱਚ ਆਏ ਹੈ ਪੰਜਾਬ ਦੇ ਵਿੱਚ, ਬੀਜੇਪੀ ਦਾ ਟੇਕ ਕੀ ਹੈ? ਉਹ ਪੋਲੀਟੀਕਲ ਵੈਂਡੇਟਾ ਜਾਂ? ਦੇਖੋ ਐਸਾ ਹੈ KP ਜੀ ਕਿ ਕਿਸੇ ਵੀ ਕੇਸ ਦੇ ਵਿੱਚ ਕੋਈ ਰਿਕਵਰੀ ਨਹੀਂ ਕਰ ਸਕੇ। ਮੈਂ ਕੋਈ ਕਾਂਗਰਸ ਦੀ ਸਪੋਰਟ ਨਹੀਂ ਕਰ ਰਿਹਾ, ਪਰ ਮੈਂ ਕਹਿ ਰਿਹਾ ਕਿ ਜਿਹੜੀ ਗੱਲਾਂ ਤੇ ਆਏ ਸੀਗੇ ਕਿ ਅਸੀਂ ਭ੍ਰਿਸ਼ਟਾਚਾਰੀਆਂ ਨੂੰ ਅੰਦਰ ਦੇ ਦਿਆਂਗੇ, ਉਹ ਪੈਸਾ ਫੜ ਕੇ ਲਿਆਵਾਂਗੇ, ਕਿਆ ਕੁਝ ਰਿਕਵਰੀ ਹੋਈ? ਧਰਮਸੋਤ ਦੇ ਕੇਸ ਕੋਈ ਰਿਕਵਰੀ ਹੋਈ? ਕਿਆ ਸਿੰਗਲਾ ਦੇ ਕੇਸ ਕੋਈ ਰਿਕਵਰੀ ਹੋਈ? ਔਰ ਜਿਹਨਾਂ ਇਹਨਾਂ ਦੇ ਆਪਣੇ ਮੰਤਰੀ ਨੇ ਜਿਨ੍ਹਾਂ ਦੀ ਆਡੀਓ 2 ਮਹੀਨੇ ਤੋਂ ਪਬਲਿਕ ਦੇ ਵਿੱਚ ਆ, ਉਹਦੇ ਤੇ ਕਾਰਵਾਈ ਨਹੀਂ ਕਰਦੇ। ਉਹਨੂੰ ਵੀ ਭਗਤ ਸਿੰਘ ਦਾ ਦਰਜਾ ਦੇ ਦੇਣ ਕਿ ਫੌਜਾ ਸਿੰਘ ਸਰਾਰੀ ਵੀ ਭਗਤ ਸਿੰਘ ਦਾ ਫੋਲੋਵਰ ਹੈ ਜਾਂ ਉਹ ਵੀ ਉਹਦੇ ਆਈਡੀਓਲੋਜੀ ਤੇ ਚੱਲ ਰਿਹਾ। ਸ਼ਰੇਆਮ ਲੋਕਾਂ ਨਾਲ ਸੌਦਾ ਕਰ ਰਹੇ ਨੇ ਕਿ ਤੁਸੀਂ ਪੈਸੇ ਦਿਓ, ਡੀਲ ਕਰੋ। 2 ਮਹੀਨੇ ਤੋਂ ਹੋ ਗਏ ਪਬਲਿਕ ਦੇ ਵਿੱਚ ਆਡੀਓ ਘੁੰਮਦੀ ਨੂੰ, ਤੇ ਉਹਦੇ ਤੇ ਸੰਘੇੜਾ ਸਾਹਿਬ ਕੋਈ ਜਵਾਬ ਨਹੀਂ ਦੇਣਗੇ। ਚਲੋ ਭਾਰਤੀ ਸਾਹਿਬ ਅੱਜ ਦਾ ਭਗਤ ਸਿੰਘ ਹੈਗਾ ਕੋਈ ਵੈਸੇ? KP ਸਾਹਿਬ ਬੜਾ ਔਖਾ ਸ਼ਹੀਦ ਭਗਤ ਸਿੰਘ ਵਰਗਾ ਬਣਨਾ। ਜੇ ਆਪਾਂ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲ ਕੇ ਕੁਛ ਨਾ ਕੁਛ ਆਪਣੇ ਦੇਸ਼ ਲਈ, ਆਪਣੇ ਸਮਾਜ ਲਈ, ਆਪਣੀ ਕੌਮ ਲਈ ਕਰ ਸਕੀਏ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈ। ਲੇਕਿਨ ਸ਼ਹੀਦ ਭਗਤ ਸਿੰਘ ਵਰਗਾ ਬਣਨਾ ਅੱਜ ਦੇ ਸਮਾਜ ਵਿੱਚ ਬੜਾ ਔਖਾ ਹੈ। ਕੋਈ ਰੰਗ ਬਰੰਗੀਆਂ ਪਗੜੀਆਂ ਬੰਨ੍ਹ ਕੇ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ, ਜਾਂ ਜੇ ਦਫ਼ਤਰਾਂ ਵਿੱਚ ਫੋਟੋ ਲਾ ਲਈ ਤਾਂ ਉਹ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ। ਫੌਜਾ ਸਿੰਘ ਸਰਾਰੀ ਜੀ ਦੇ ਦਫ਼ਤਰ 'ਚ ਵੀ ਫੋਟੋ ਲੱਗੀ ਹੋਈ ਹੈ, ਪਰ ਉਹਨਾਂ ਦੀ ਜਿਹੜੀ ਆਡੀਓ ਹੈ ਉਹ ਕੁਝ ਹੋਰ ਕਹਿੰਦੀ ਹੈ। ਅੱਜ ਸਰਕਾਰ ਨੇ ਕੰਨਾਂ 'ਚ ਉਂਗਲੀ ਦਿੱਤੀ ਹੋਈ ਹੈ, ਪੰਜਾਬ ਸਰਕਾਰ ਨੇ, ਕਿਉਂ ਨਹੀਂ ਕਾਰਵਾਈ ਹੋ ਰਹੀ? ਸ਼ਾਮ ਨੂੰ ਕਿਸੇ ਕਾਂਗਰਸੀ ਦੀ ਕੰਪਲੇਂਟ ਹੁੰਦੀ ਹੈ ਤਾਂ ਸਵੇਰੇ ਉਹਨੂੰ ਵਿਜੀਲੈਂਸ ਚੱਕ ਕੇ ਲੈ ਜਾਂਦੀ ਹੈ। ਤੇ ਫੌਜਾ ਸਿੰਘ ਸਰਾਰੀ ਨੂੰ ਛੱਡਿਆ ਹੋਇਆ। ਜਦ ਵਿਜੇ ਸਿੰਗਲਾ ਦੇ ਉੱਪਰ ਕਾਰਵਾਈ ਹੋਈ ਹੈ ਤਾਂ ਭਗਵੰਤ ਮਾਨ ਜੀ ਕਹਿੰਦੇ ਇਹ ਮੈਂ ਸੁਣ ਲਈ ਹੈ ਜੀ ਉਹ ਆਡੀਓ, ਇਸ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਇਹਨੂੰ ਤਾਂ ਸਾਰੇ ਪੰਜਾਬ ਨੇ ਸੁਣਿਆ ਫੌਜਾ ਸਿੰਘ ਸਰਾਰੀ ਨੂੰ, ਉਹਦੇ ਤੇ ਕੋਈ ਕਾਰਵਾਈ ਨਹੀਂ। ਠੀਕ ਇਹ ਦੋਗਲੀ ਨੀਤੀ ਕਿਉਂ? ਦੋਗਲੀ ਜਗਤਾਰ ਸਿੰਘੜਾ ਠੀਕ ਸਵੇਰੇ ਫੜ ਲੈਂਦੇ। ਸੰਘੜਾ ਸਾਹਿਬ ਜੇ 2 ਮੰਤਰੀਆਂ ਨੂੰ ਅੱਜ ਦਾ ਭਗਤ ਸਿੰਘ ਕਿਹਾ, ਇਹਦਾ ਮਤਲਬ ਸਾਰੇ ਹੀ ਪਾਕ ਸਾਫ਼ ਹੈ ਨਾ। ਉੱਥੇ ਤੁਹਾਡੇ ਕੋਲ ਤਾਂ ਪੂਰੀ ਟੀਮ ਕੱਟੜ ਇਮਾਨਦਾਰਾਂ ਦੀ ਹੈ। ਦਿੱਲੀ ਦੀ ਪੂਰੀ ਟੀਮ ਵੀ ਅੱਜ ਦਾ ਭਗਤ ਸਿੰਘ ਤੇ ਪੰਜਾਬ ਦੀ ਪੂਰੀ ਕੈਬਨਿਟ ਟੀਮ ਵੀ ਅੱਜ ਦਾ ਭਗਤ ਸਿੰਘ। ਸੰਘੜਾ ਸਾਹਿਬ ਸਹਿਮਤ ਹੋ ਮੇਰੇ ਨਾਲ? ਦੇਖੋ KP ਸਿੰਘ ਜੀ, ਤੁਸੀਂ ਲਾ ਕੇ ਗੱਲ ਕਰ ਰਹੇ ਹੋ। ਸਰ ਲਾ ਕੇ ਨਹੀਂ ਕਰ ਰਿਹਾ, ਮੈਂ ਤਾਂ ਸਿੰਪਲ ਸਵਾਲ ਕਰ ਰਿਹਾ ਸਰ। ਕੱਟੜ ਇਮਾਨਦਾਰ ਤੁਸੀਂ ਕਿਹਾ ਸਰ ਸੰਘੜਾ ਸਾਹਿਬ, ਮੈਂ ਤਾਂ ਕਿਹਾ ਨਹੀਂਗਾ ਸਰ। ਜਿਹੜੇ ਵਿਅਕਤੀ ਨੂੰ, ਜਿਹੜੇ ਮੰਤਰੀਆਂ ਨੂੰ ਸਖਤੀ ਨਾਲ ਟਾਰਗੇਟ ਕੀਤਾ ਜਾ ਰਿਹਾ ਬਿਨਾਂ ਕਿਸੇ ਕਸੂਰ ਤੋਂ, ਉਹਨਾਂ ਲਈ ਜੇ ਕੋਈ ਚੰਗੇ ਸ਼ਬਦ ਬੋਲਦੇ ਤੇ ਕੋਈ ਮਾੜੀ ਗੱਲ ਥੋੜੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਨੇ, ਹਾਂਜੀ, ਇਹ ਰਾਸ਼ਟਰੀ ਕਨਵੀਨਰ ਨੇ, ਤੇ ਉਹ ਮਤਲਬ ਆਪਾਂ ਉਹਨੂੰ ਇੰਨਾ ਨਾ ਬਿਗ ਡੀਲ ਬਣਾਈਏ, ਠੀਕ ਹੈ ਨਾ। ਮੈਂ ਤਾਂ ਪਹਿਲਾਂ ਹੀ ਕਿਹਾ ਵੀ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਸਾਡੇ ਪ੍ਰੇਰਨਾ ਸਰੋਤ ਨੇ। ਚਲੋ ਪੰਜਾਬ ਦੀ ਆਮ ਆਦਮੀ ਪਾਰਟੀ ਇਕਾਈ ਨੂੰ ਕੋਈ ਇਤਰਾਜ਼ ਨਹੀਂ ਭਗਤ ਸਿੰਘ ਦੀ ਤੁਲਨਾ ਜਿਹਦੇ ਨਾਲ ਮਰਜ਼ੀ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਵੱਲੋਂ। ਜਿਹਦੇ ਨਾਲ ਮਰਜ਼ੀ ਦੀ ਗੱਲ ਨਹੀਂ ਹੈ, ਨਹੀਂ ਇਦਾਂ ਨਹੀਂ, ਮੇਰੇ ਮੂੰਹ 'ਚ ਨਾ ਗੱਲ ਪਾਓ। ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਅਮਰ ਸ਼ਹੀਦ ਸਰਦਾਰ ਭਗਤ ਸਿੰਘ ਜੀ ਸਾਡੇ ਪ੍ਰੇਰਨਾ ਸਰੋਤ ਨੇ। ਮੈਂ ਵਿਨੋਦ ਭੰਡਾਰੀ ਜੀ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਕਿ ਉਹਨਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਆ। ਉਹਨਾਂ ਦੇ ਰਸਤੇ ਤੇ ਚੱਲ ਕੇ ਕੋਈ ਥੋੜਾ ਬਹੁਤ ਵੀ ਚੰਗਾ ਕੰਮ ਕਰਦਾ ਆ ਤਾਂ ਬਹੁਤ ਸ਼ਲਾਘਾਯੋਗ ਹੈ। ਹੁਣ ਅਸੈਂਬਲੀ 'ਚ ਬੰਬ ਸੁੱਟਣ ਵਾਲੇ ਹਾਲਾਤ ਨਹੀਂ ਨਾ, ਅਸੈਂਬਲੀ 'ਚ ਬੰਬ ਸੁੱਟਣ ਵਾਲੇ ਹਾਲਾਤ ਨਹੀਂ ਹੈ। ਜੇ ਹੁੰਦੇ ਮੈਂ ਸਿੱਟ ਦੇਣਾ ਸੀ। ਚਲੋ ਮੈਂ ਇੱਕ ਸਵਾਲ ਕਰਦਾ ਸੰਘੜਾ ਸਾਹਿਬ, ਸੰਘੜਾ ਸਾਹਿਬ ਇਹ ਕੰਮ ਕਰਿਓ, ਇਹ ਕੰਮ ਨਾ ਕਰਿਓ। ਸੰਘੜਾ ਸਾਹਿਬ ਪਾਰਲੀਮੈਂਟ 'ਚ ਸਿੱਟਣਾ ਸੀ ਜੇ ਉਹ ਹਾਲਾਤ ਹੁੰਦੇ। ਸੰਘੜਾ ਸਾਹਿਬ ਮੈਂ ਇੱਕ ਸਵਾਲ ਕਰਦਾ ਸੰਘੜਾ ਸਾਹਿਬ, ਬਹੁਤ ਛੋਟੀ ਗੱਲ ਹੈ। ਸੰਘੜਾ ਸਾਹਿਬ ਪ੍ਰਵੋਕ ਨਾ ਕਰੋ ਤੁਸੀਂ ਸਾਨੂੰ। ਸੰਘੜਾ ਸਾਡੇ 'ਚ ਹਿੰਮਤ ਹੈਗੀ ਆ, ਸਾਡੇ 'ਚ ਹਿੰਮਤ ਹੈਗੀ ਆ। ਅਸੀਂ ਸਾਰਾ ਕੁਝ ਸਹਾਰ ਰਹੇ ਹਾਂ ਜੋ ਤਸ਼ੱਦਦ ਹੋ ਰਿਹਾ। ਚਲੋ ਸੰਘੜਾ ਸਾਹਿਬ ਮੈਂ ਇੱਕ ਸਵਾਲ ਦਾ ਜਵਾਬ ਦੇ ਦਿਓ ਮੈਨੂੰ ਕਿਰਪਾ ਕਰਕੇ। ਗੁਜਰਾਤ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਂ ਤੇ ਵੋਟਾਂ ਮਿਲ ਜਾਣਗੀਆਂ? ਦੇਖੋ ਮੈਂ ਨਹੀਂ ਇਸ ਗੱਲ ਤੇ ਕਹਿ ਰਿਹਾ। ਮੈਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਨਾਂ ਇਦਾਂ ਨਹੀਂ ਲੈਣਾ ਚਾਹੁੰਦਾ, ਨਾ ਹੀ ਇਦਾਂ ਅਸੀਂ। ਚਲੋ ਬਹੁਤ ਚੰਗੀ ਗੱਲ ਹੈ, ਭਗਤ ਸਿੰਘ ਹਰਾਂ ਦਾ ਨਾਮ ਇਦਾਂ ਨਹੀਂ ਵਰਤਣਾ ਚਾਹੀਦਾ। ਠੀਕ ਹੈ। ਮੈਂ ਕਹਿੰਦਾ ਉਹਨਾਂ ਦੇ ਪੁੱਤਿਆਂ ਤੇ ਅਸੀਂ ਚੱਲਣ ਨੂੰ ਤਿਆਰ ਹਾਂ, ਪਰ ਉਦਾਂ ਦੇ ਹਾਲਾਤ ਨਹੀਂ ਹੈ, ਇਸ ਕਰਕੇ ਸਿਮਿਲਰ ਕੰਮ ਕਰਨ ਦੀ ਲੋੜ ਨਹੀਂ ਹੈ। ਚਲੋ ਹਾਂ, ਸ਼ਾਂਤੀ ਨਾਲ ਸਾਰਾ ਕੁਝ ਹੋ ਸਕਦਾ ਹੈ। ਹਾਲਾਤ ਬਦਲ ਗਏ ਆ, ਤਰੀਕਾ ਬਦਲ ਗਿਆ, ਲੋਕ ਸੁਣਦੇ ਆ, ਲੋਕ ਰਿਐਕਟ ਕਰਦੇ ਆ। ਹਾਂ ਭਾਰਤੀ ਸਾਹਿਬ ਕੀ ਬੋਲਣਾ ਚਾਹ ਰਹੇ ਹੋ? ਬੋਲੋ। ਗਲਤ ਕੰਮ ਕੀਤਾ, ਲੋਕਾਂ ਨੇ ਖੂੰਜੇ ਲਾਤਾ ਉਹਨਾਂ ਨੂੰ, ਸਾਨੂੰ 92 ਸੀਟਾਂ ਦੇ ਦਿੱਤੀਆਂ। ਠੀਕ ਹੈ ਸੰਘੜਾ ਸਾਹਿਬ। ਹੁਣੇ ਸੰਘੇੜਾ ਸਾਹਿਬ ਕਹਿ ਰਹੇ ਸੀ ਕਿ ਵੈਂਡੇਟਾ ਪੋਲਿਟਿਕਸ ਹੋ ਰਹੀ। ਸੰਘੇੜਾ ਸਾਹਿਬ ਤੁਸੀਂ ਇਰੀਟੇਟ ਨਾ ਹੋਵੋ,
ਬੜੇ ਪਿਆਰ ਨਾਲ ਅਸੀਂ ਡਿਬੇਟ ਕਰ ਰਹੇ ਹਾਂ, ਸਾਰੀਆਂ ਪਾਰਟੀਆਂ ਦੇ ਬੈਠੇ ਆ ਸੱਜਣ। ਤਾਂ ਮੈਂ ਤਾਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਇਹ ਤਾਂ ਵੈਂਡੇਟਾ ਪੋਲਿਟਿਕਸ ਹੈ। ਜਦੋਂ ਤੁਸੀਂ ਕੁਮਾਰ ਵਿਸ਼ਵਾਸ ਤੇ ਉਹਨਾਂ ਨੇ ਗੱਲ ਕਹੀ ਦਿੱਲੀ ਕੇਸ ਰਜਿਸਟਰਡ ਹੁੰਦਾ ਪੰਜਾਬ 'ਚ, ਅਲਕਾ ਲਾਂਬਾ ਜੀ ਨੇ ਗੱਲ ਕਹੀ ਦਿੱਲੀ ਕੇਸ ਰਜਿਸਟਰਡ ਹੁੰਦਾ ਪੰਜਾਬ 'ਚ, ਮਿਸਟਰ ਬੱਗਾ ਨੇ ਗੱਲ ਕਹੀ ਦਿੱਲੀ ਕੇਸ ਰਜਿਸਟਰਡ ਹੁੰਦਾ ਪੰਜਾਬ 'ਚ, ਔਰ ਹਾਈ ਕੋਰਟ ਨੇ ਤੁਹਾਡੀ ਖਚਾਈ ਕੀਤੀ ਤੇ ਉਹਨਾਂ ਨੂੰ ਬੇਲ ਦਿੱਤੀ, ਔਰ ਤੁਹਾਡੇ ਜਿਹੜੇ ਉੱਥੇ ਵਕੀਲ ਹੈ ਉਹਨਾਂ ਨੂੰ ਕੋਈ ਗੱਲ ਨਹੀਂ ਆਈ। ਇਹ ਵੈਂਡੇਟਾ ਪੋਲਿਟਿਕਸ ਤਾਂ ਸਾਹਮਣੇ ਨਜ਼ਰ ਆਉਂਦੀ ਹੈ, ਔਰ ਤੁਸੀਂ ਕਹਿੰਦੇ ਹੋ ਵੀ ਉਹ ਵੈਂਡੇਟਾ ਪੋਲਿਟਿਕਸ ਹੈ ਜਿਹਦੇ ਵਿੱਚ ਲਾਇਸੈਂਸ ਫੀਸ ਘਟਾਤੀ ਇਹਨਾਂ ਨੇ, ਔਰ ਜਿਹੜੀ ਘਟੀ ਔਰ ਜਿਹੜੀ ਐਕਚੁਅਲ ਪੁਰਾਣੀ ਸੀਗੀ ਉਹਦਾ ਡਿਫਰੈਂਸ ਕਿੱਥੇ ਗਿਆ? ਸੀਬੀਆਈ ਵਾਂਟਸ ਟੂ ਨੋ ਦਾ ਡਿਫਰੈਂਸ। ਠੀਕ ਮੈਂ ਬ੍ਰੇਕ ਲੈ ਲਵਾਂ ਭਾਰਤੀ ਸਾਹਿਬ, ਤੁਹਾਡੀ ਸਰਕਾਰ ਮੈਂ ਬ੍ਰੇਕ ਲੈ ਲਵਾਂ 1 ਮਿੰਟ ਸੰਘੇੜਾ ਸਾਹਿਬ, ਬ੍ਰੇਕ ਲੈ ਲੈਣ ਦਿਓ, ਮੈਨੂੰ ਬ੍ਰੇਕ ਲੈ ਲੈਣ ਦਿਓ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਅਸੀਂ ਆਖਰੀ ਹਿੱਸੇ ਵਿੱਚ ਹੋਵਾਂਗੇ ਅੱਜ ਦਾ ਭਗਤ ਸਿੰਘ ਕੋਲ। ਵਾਪਸ ਆ ਰਹੇ ਮੁੜ ਤੋਂ ਸਵਾਗਤ ਹੈ। ਸਵਾਲ ਤੁਹਾਡੇ ਸਾਹਮਣੇ ਹੈ। ਸਵਾਲ ਇਹ ਹੈ, ਕਥਿਤ ਭ੍ਰਿਸ਼ਟਾਚਾਰ 'ਚ ਘਿਰੇ ਆਪਣੇ ਕੈਬਨਿਟ ਮੰਤਰੀਆਂ ਲਈ ਕੇਜਰੀਵਾਲ ਨੇ ਭਗਤ ਸਿੰਘ ਦਾ ਨਾਮ ਕਿਉਂ ਵਰਤਿਆ? ਹਾਂਜੀ ਪ੍ਰੋਫੈਸਰ ਮਨਜੀਤ ਸਿੰਘ, ਮੇਰਾ ਸਵਾਲ ਵੀ ਨਾਲ ਲੈ ਲਓ, ਤੁਸੀਂ ਆਪਣਾ ਜਿਹੜੀ ਦਲੀਲ ਦੇਣੀ ਉਹ ਵੀ ਦੇ ਦਿਓ। ਮੈਨੂੰ ਇਉਂ ਲੱਗਦਾ ਕਿ ਭਗਤ ਸਿੰਘ ਹੋਰਾਂ ਦਾ ਨਾਮ ਸਿਆਸਤ ਨੇ ਬਹੁਤ ਸਸਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸਰ ਮਨਜੀਤ ਸਿੰਘ, ਹੋ ਸਕਦਾ ਮੈਂ ਗਲਤ ਹੋਵਾਂ। ਚਲੋ ਅਸਲ 'ਚ ਕੇਜਰੀਵਾਲ ਹੋਣਾ ਦੀ ਜਿਹੜੀ ਟਾਈਪ ਆਫ ਪੋਲਿਟਿਕਸ ਹੈ, ਇੱਕ ਨਵੀਂ ਕਿਸਮ ਦੀ ਰਾਜਨੀਤੀ ਇੱਥੇ ਆਈ ਹੈ ਜਿਹਨੂੰ ਪਾਪੂਲਿਸਟ ਪੋਲਿਟਿਕਸ ਕਹਿੰਦੇ, ਵੀ ਜਿੱਥੇ ਜੋ ਵਿਕਦਾ ਵੇਚ ਦਿਓ। ਪੰਜਾਬ ਦੇ ਵਿੱਚ ਜੇ ਸਿੱਖ ਏਜੰਡਾ ਜਾਂ ਸ਼ਹੀਦ ਭਗਤ ਸਿੰਘ ਦਾ ਲੈਫਟ ਦਾ ਏਜੰਡਾ ਵਿਕਦਾ ਇੱਥੇ ਇਹਨੂੰ ਚੱਕ ਦਿਓ, ਦਿੱਲੀ 'ਚ ਜੇ ਕੋਈ ਵਿੱਚ ਵਿਚਾਲੇ ਦਾ ਵਿਕਦਾ ਉਹ ਚੱਲ ਦਿਓ। ਜਦੋਂ ਤੁਸੀਂ ਜਿਹੜੀ ਬਾਰ-ਬਾਰ ਗਾਂਧੀ ਜੀ ਦੀ ਗੱਲ ਗੁਜਰਾਤ 'ਚ ਕਰਦੇ, ਜੇ ਉੱਥੇ ਉਹ ਵਿਕਦਾ ਤੇ ਉਹਨੂੰ ਲਾ ਲਓ। ਜੇ ਮੰਦਿਰ 'ਚ ਜਾ ਕੇ ਮੱਥਾ ਟੇਕ ਕੇ ਮੰਦਿਰ ਦੇ ਵਿੱਚ ਆਪਣਾ ਤਿਲਕ ਲਾ ਕੇ ਹੋਰ ਸਾਰਾ ਕੁਝ ਕਰਕੇ ਵੀ 4 ਵੋਟਾਂ ਮਿਲਦੀਆਂ ਤੇ ਉੱਥੇ ਕਰੋ। ਇਹਨੂੰ ਕਹਿੰਦੇ ਆ ਨੋਟੰਕੀ ਜਾਂ ਪਾਪੂਲਿਸਟ ਟਾਈਪ ਆਫ ਪੋਲਿਟਿਕਸ, ਜਿਹੜੀ ਕਿ ਆਮ ਆਦਮੀ ਪਾਰਟੀ ਕਰ ਰਹੀ ਆ। ਇਹਨਾਂ ਦੀ ਕੋਈ ਵੀ ਮੈਨੂੰ ਬੰਦੇ ਬੈਠੇ ਜਿਹੜੇ ਭਾਵੇਂ ਇੱਥੇ ਸੰਘੇੜਾ ਸਾਹਿਬ ਵੀ ਬੈਠੇ, ਇਹ ਦੱਸ ਦੇਣ ਕਿ ਇਹਨਾਂ ਦੀ ਵਿਚਾਰਧਾਰਾ ਕੀ ਆ। ਕਦੀ ਕਿਸੇ ਨੂੰ ਦੱਸਿਆ ਕਿ ਸਾਡੀ ਵਿਚਾਰਧਾਰਾ ਹਾਂਜੀ ਅਸੀਂ ਪਰਿਵਰਤਨ ਕਰਨਾ ਜੀ, ਅਸੀਂ ਸਿਸਟਮ ਪਰਿਵਰਤਨ ਕਰਨਾ, ਵਿਵਸਥਾ ਪਰਿਵਰਤਨ। ਭਈ ਤੁਸੀਂ ਲਿਆਉਣਾ ਕਿਹੜਾ ਵਿਵਸਥਾ? ਕਰਪਸ਼ਨ ਨਹੀਂ ਕਰਾਂਗੇ, ਗੁੱਡ ਗਵਰਨੈਂਸ ਕਰਾਂਗੇ। ਇੱਕ ਮਿੰਟ ਪ੍ਰੋਫੈਸਰ ਮਨਜੀਤ ਸਿੰਘ ਕਿਹੜੀ ਵਿਚਾਰਧਾਰਾ ਦੱਸਣ? ਉਹ ਸਵਰਾਜ ਦੀ ਵਿਚਾਰਧਾਰਾ ਦੱਸਣ ਜਾਂ ਉਹ ਡਾਕਟਰ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਦੱਸਣ, ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਦੱਸਣ, ਮਹਾਤਮਾ ਗਾਂਧੀ ਹਰਾਂ ਦੀ ਵਿਚਾਰਧਾਰਾ ਦੱਸਣ? ਕਿਹੜੀ ਵਿਚਾਰਧਾਰਾ ਚਾਹੀਦੀ ਤੁਹਾਨੂੰ ਉਹਨਾਂ ਦੀ? ਨਹੀਂ ਉਹੀ ਪਾਪੂਲਿਸਟ ਹੋਰ ਕੀ ਹੁੰਦੀ ਹੈ? ਜਿੱਥੇ ਗਏ ਉਹੋ ਜਿਹੇ ਲੋਕਾਂ ਨੂੰ ਮਨ ਭਾਉਂਦੀਆਂ ਗੱਲਾਂ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰਨੀ। ਉਹ ਵਿਚਾਰਧਾਰਾ ਹੈ ਹੀ ਨਹੀਂ ਕੋਈ, ਨਾ ਇਹ ਹੋਊਗੀ। ਵਿਚਾਰਧਾਰਾ ਇੱਕੋ ਹੀ ਆ ਕਿ ਸੱਤਾ 'ਚ ਕਿਵੇਂ ਆਉਣਾ ਤੇ ਪ੍ਰਧਾਨ ਮੰਤਰੀ ਕਿਵੇਂ ਬਣਨਾ। ਮੈਂ ਤੁਹਾਨੂੰ ਨਿੱਕੀ ਐਗਜ਼ਾਮਪਲ ਦੱਸ ਦੇਣਾ। ਰਾਜਿੰਦਰ ਪਾਲ ਗੌਤਮ ਨੇ, ਜੇ ਮੈਂ ਕਰੈਕਟ ਬੋਲ ਰਿਹਾ, ਜਿਹੜੇ ਇਹਨਾਂ ਦੇ ਮਿਨਿਸਟਰ 2 ਵਾਰੀ ਰਹੇ ਦਿੱਲੀ ਦੇ ਵਿੱਚ। ਹਾਂ, ਤੇ ਤੁਸੀਂ ਇੱਕ ਪਾਸੇ ਤੇ ਅੰਬੇਦਕਰ ਸਾਹਿਬ ਦਾ ਸਾਰੀ ਜਗ੍ਹਾ ਪੋਰਟਰੇਟ ਲਾਉਨੇ ਆ ਤਾਂ ਕਿ ਤੁਸੀਂ ਦਲਿਤ ਸਮੁਦਾਇ ਦੇ ਸਾਰੇ ਦੇਸ਼ ਦੇ ਵਿੱਚ ਇੱਕ ਸੁਨੇਹਾ ਭੇਜ ਸਕੋ ਕਿ ਦੇਖੋ ਅਸੀਂ ਉਹਨਾਂ ਦੇ ਕਿੰਨੇ ਪੈਰੋਕਾਰ ਆ, ਕਿੰਨੇ ਅਸੀਂ ਭਗਤ ਹੈਗੇ ਆ। ਪਿੱਛੇ ਕੇਜਰੀਵਾਲ ਵੀ ਇੱਥੇ ਆਪਣਾ ਭਗਵੰਤ ਮਾਨ ਵੀ ਆਪਣੀ ਪਿੱਛੇ ਫੋਟੋ ਦੇ ਨਾਲ ਫੋਟੋ ਖਿਚਾਉਂਦੇ ਆ। ਤੇ ਜਿੱਦਣ ਮੜ ਜਾ 22 ਜਿਹੜੀਆਂ ਪ੍ਰਗਿਆਵਾਂ ਸੀਗੀਆਂ ਉਹ ਉਹਨਾਂ ਨੇ ਲਿਆ, ਉਸੇ ਵੇਲੇ ਰਿਜ਼ਾਈਨ ਲੈ ਲਿਆ। ਹੱਦ ਹੋ ਗਈ ਆ ਯਾਰ। ਇਹ ਅਸਲੀਅਤ ਹੈ ਤੁਹਾਡੀ। ਮੈਂ ਸਵਾਲ ਲੈ ਲਾ ਸਿਰਫ ਤੇ ਸਿਰਫ ਸਰਫੇਸ ਲੈਵਲ ਤੇ ਭਗਤ ਸਿੰਘ ਦੇ ਆ, ਉੱਪਰੋਂ ਹੀ ਇਹ ਹੈਗੇ ਆ ਅੰਬੇਦਕਰ ਸਾਹਿਬ ਦੇ, ਕਿ ਇਹ ਅਸਲ ਵਿੱਚ ਸੱਤਾ ਦੇ ਭਗਤ ਆ, ਹੋਰ ਕਿਸੇ ਦੇ ਭਗਤ ਨਹੀਂ ਹੈ। ਸੰਘੇੜਾ ਸਾਹਿਬ, ਰਜਿੰਦਰ ਪਾਲ ਗੌਤਮ ਹਰਾਂ ਦਾ ਨਾਮ ਪ੍ਰੋਫੈਸਰ ਮਨਜੀਤ ਸਿੰਘ ਨੇ ਚੇਤੇ ਕਰਵਾਤਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਦੂਜਾ ਸਵਾਲ ਵੀ ਨਾਲ ਲੈ ਲਓ। ਵਿਜੇ ਸਿੰਗਲਾ ਹਰਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਫੌਜਾ ਸਿੰਘ ਸਰਾਰੀ ਦਾ ਸਵਾਲ ਹੀ ਨਹੀਂ ਕਰ ਰਿਹਾ, ਕਾਂਗਰਸ ਨੇ ਕੀਤਾ ਸੀ, ਮੈਂ ਨਹੀਂ ਕਰ ਰਿਹਾ। ਨਹੀਂ, ਮੈਂ ਤਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਦੀ ਗੱਲ ਕਰੂੰਗਾ ਕਿ ਇਹ ਐਜ਼ ਏ ਪੋਲੀਟੀਕਲ ਐਨਾਲਿਸਟ ਨਹੀਂ ਬੈਠੇ ਇੱਥੇ। ਇਹ ਐਂਟੀ ਆਮ ਆਦਮੀ ਪਾਰਟੀ ਜਿਹੜੀ ਵੀ ਪੋਸਟ ਹੈਗੀ ਆ ਜਾਂ ਬੁਲਾਰੇ ਦੀ, ਉਹ ਤੁਸੀਂ ਲਾ ਲਓ, ਉਹ ਬੈਠੇ ਆ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਆ, ਅਰਵਿੰਦ ਕੇਜਰੀਵਾਲ ਸਾਹਿਬ ਬਾਰੇ ਬੜਾ ਲਫ਼ਜ਼ ਨੌਟੰਕੀ ਵਰਤਿਆ ਸਾਰੇ 2-3 ਬੁਲਾਰਿਆਂ ਨੇ। ਅਰਵਿੰਦ ਕੇਜਰੀਵਾਲ ਇੱਕ ਕਾਬਲ ਪੜ੍ਹੇ ਲਿਖੇ ਹਾਈਲੀ ਐਜੂਕੇਟਡ IRS ਆਫੀਸਰ ਸੀਗੇ। ਪਹਿਲੀ ਗੱਲ ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ। ਔਰ ਉਹਨਾਂ ਨੇ ਬਿਨਾਂ ਕੁਛ ਕੋਈ ਸਾਰਾ ਕੁਝ ਛੱਡਦੇ ਆਪਣਾ ਕਰੀਅਰ ਛੱਡ ਕੇ ਉਹ ਝੁੱਗੀਆਂ 'ਚ ਉਹਨਾਂ ਨੇ ਸੇਵਾ ਸ਼ੁਰੂ ਕੀਤੀ ਸੀ। ਝੁੱਗੀਆਂ 'ਚ ਜਾ ਕੇ ਸੌਂਦੇ ਰਹੇ ਆ, ਕੰਮ ਕਰਦੇ ਰਹੇ ਉਹਨਾਂ ਦੀ ਲਾਈਫ ਨੂੰ ਸਮਝਣ ਲਈ, ਹੋਰ ਸਾਰਾ ਕੁਝ ਕਰਨ ਲਈ। ਔਰ ਪਰਿਵਰਤਨ ਨਾਮ
ਦੀ ਉਹ ਐਨਜੀਓ 'ਚ ਕੰਮ ਕਰਦੇ ਰਹੇ, ਉਹਨਾਂ ਦਾ ਪੋਲਿਟਿਕਸ ਹੋਣ ਦਾ ਇਰਾਦਾ ਹੀ ਨਹੀਂ ਸੀਗਾ। ਚੈਲੰਜ ਕੀਤਾ ਉਹਨਾਂ ਨੂੰ, ਉਹਨਾਂ ਨੇ ਚੈਲੰਜ ਕਬੂਲ ਕਰ ਲਿਆ, ਲੋਕਾਂ ਨੇ ਤੀਜੀ ਵਾਰੀ ਮੁੱਖ ਮੰਤਰੀ ਚੁਣਿਆ ਆਪਾਂ ਉਹਨਾਂ ਨੂੰ ਨੌਟੰਕੀ ਕਹਿ ਰਹੇ ਹਾਂ। ਇਹ ਕੋਈ ਮਿਆਰ ਹੋਣਾ ਚਾਹੀਦਾ ਨਾ। ਨਹੀਂ ਆਈਡੀਓਲੋਜੀ ਦੱਸੋ ਕੀ ਆਮ ਆਦਮੀ ਪਾਰਟੀ ਦੀ? ਨਹੀਂ ਤੁਸੀਂ ਪੈਸਾ ਵਿਚਾਰਧਾਰਾ ਕੀ ਹੈ, ਸਾਨੂੰ ਉਹ ਚਾਹੀਦੀ ਹੈ। ਨਹੀਂ ਵਿਚਾਰਧਾਰਾ ਕੀ ਹੈ? ਹਾਂ ਵਿਚਾਰਧਾਰਾ ਹੈਗੀ ਆ, ਵਿਚਾਰਧਾਰਾ ਆਮ ਲੋਕਾਂ ਦੀ ਪਾਰਟੀ ਆ ਇਹ, ਆਮ ਲੋਕਾਂ ਨੂੰ ਜਿਹਦਾ ਫਾਇਦਾ ਹੈ ਇਹ ਵਿਚਾਰਧਾਰਾ ਨਹੀਂ ਹੁੰਦੀ ਆ। ਤੁਸੀਂ ਸਿਆਣੇ ਸੁਣ ਲਓ ਹੁਣ ਸੁਣਨ ਦੀ ਮਾਦਾ ਰੱਖੋ। ਸਕੂਲਾਂ ਦੀ ਗੱਲ ਕਰਦੇ ਆ, ਅਸੀਂ ਹਸਪੀਟਲ ਦੀ ਗੱਲ ਕਰਦੇ ਆ, ਇਹ ਵਿਚਾਰਧਾਰਾ ਆ। ਬਿਜਲੀ ਪਾਣੀ ਦੀ ਗੱਲ ਕਰਦੇ ਆ। ਜੇ ਕਿਸੇ ਦੇਸ਼ ਨੂੰ, ਜੇ ਕਿਸੇ ਕੌਮ ਨੂੰ ਜਾਂ ਦੇਸ਼ ਨੂੰ ਖਰਾਬ ਕਰਨਾ, ਉਹਨਾਂ ਦੇ ਸਕੂਲ ਖਤਮ ਕਰ ਦਿਓ, ਉਹਨਾਂ ਦਾ ਸਿੱਖਿਆ ਸਿਸਟਮ ਡਾਊਨ ਕਰ ਦਿਓ, ਆਪੇ ਹੀ ਸਾਰਾ ਕੁਝ ਖਤਮ ਹੋ ਜਾਏਗਾ। ਮਾਰੇ ਡਾਕਟਰ ਬੰਦੇ ਮਾਰਨਗੇ, ਮਾਰੇ ਇੰਜੀਨੀਅਰ ਬਣਨਗੇ, ਬਿਲਡਿੰਗਾਂ ਡਿੱਗਣਗੀਆਂ। ਸਾਡੀ ਵਿਚਾਰਧਾਰਾ ਹਾਂ ਲੋਕੇਸ਼ਨ ਵਾਲਾ ਸਾਹਿਬ ਇੱਕ ਮਿੰਟ, ਸੰਗੜਾ ਸਾਹਿਬ ਠੀਕ ਹੈ ਸਰ, ਸੰਗੜਾ ਸਾਹਿਬ ਤੁਹਾਡਾ ਆਰਗੂਮੈਂਟ ਆ ਗਿਆ ਸਰ। ਹਾਂ ਲੋਕੇਸ਼ਨ ਵਾਲਾ ਸਾਹਿਬ ਲਾਸਟ ਕਮੈਂਟ ਪਲੀਜ਼। देखो केपी जी ऐसा है कि अज के जो हालात ने वो आम आदमी पार्टी हिंदुस्तान की नंबर 1 करप्ट पार्टी बन चुकी है, जिसका मुखिया अरविंद केजरीवाल आ। और जो इन्होंने अज तमाशा किया राजघाट से जाके, देखो सत्याग्रह का और करप्शन का कोई आपस तालमेल नहीं आ। उसी भ्रष्टाचार करके राजघाट जाके अपने आप नहीं, एक मिनट लोकेशन साहब दिक्कत यह है, ਪਹਿਲਾਂ ਤੁਸੀਂ ਕਾਂਗਰਸ ਤੋਂ ਮਹਾਤਮਾ ਗਾਂਧੀ ਨੂੰ ਖੋਣਾ ਚਾਹਿਆ, ਹੁਣ ਤੁਹਾਨੂੰ ਡਰ ਰਿਹਾ ਕਿ ਅਰਵਿੰਦ ਕੇਜਰੀਵਾਲ ਤੁਹਾਡੇ ਤੋਂ ਮਹਾਤਮਾ ਗਾਂਧੀ ਨੂੰ ਨਾ ਖੋਹ ਲੈਣ। ਮਸਲਾ ਇਹ ਹੈ ਸਾਰਾ। केपी जी ऐसा नहीं है, दिक्कत ये आ कि हुन इन्हां दा चलो मेरे सवाल का जवाब दे दो लोकेशन साहब, मेरे सवाल का जवाब दे दो। एक मिनट संगड़ा साहब एक मिनट प्लीज इधर ना करो। संगड़ा साहब नारा साहब सवाल ले लो सर। नारा साहब गोडसे ਤੁਹਾਡੇ ਲਈ ਕੀ ਹੈ? देखो पहला ਤੁਸੀਂ ਮੇਰੀ ਸਵਾਲ ਦਾ ਜਵਾਬ ਸਰ ਸੁਣ ਲਓ। ਸਰ ਇਹ ਸਵਾਲ ਹੀ ਹੈ ਨਾ, ਮੇਰਾ ਸਵਾਲ ਹੀ ਹੈ ਸਰ। ਜੇ ਮਹਾਤਮਾ ਗਾਂਧੀ ਦਾ ਸਵਾਲ ਆਊਗਾ ਸਰ ਨਾਥੂਰਾਮ ਗੋਡਸੇ ਦਾ ਸਵਾਲ ਵੀ ਆਊਗਾ। ਮੈਂ ਸਰ ਮਹਾਤਮਾ ਗਾਂਧੀ ਜੀ ਜਿਸ ਨਾਲ ਆਪਾਂ ਡਿਬੇਟ ਕਰਾਂਗੇ ਤੁਹਾਨੂੰ ਉਸ ਦਾ ਵੀ ਜਵਾਬ ਦੂੰਗਾ। ਜਿਹੜੇ ਅੱਜ ਇਹਨਾਂ ਨੇ ਨੋਟੰਕੀ ਕੀਤੀ ਆਪਾਂ ਉਹਦੇ ਤੇ ਚੱਲ ਰਹੇ ਆ ਕਿ ਜੋ ਇਹ ਇਸ ਵੇਲੇ ਮੁਲਕ ਦੀ ਸਭ ਤੋਂ ਕਰਪਟ ਪਾਰਟੀ ਆ, ਇਹ ਜੋ ਸੱਤਿਆਗ੍ਰਹਿ ਔਰ ਕਰਪਸ਼ਨ ਦਾ ਕੋਈ ਆਪਸ ਚ ਤਾਲਮੇਲ ਨਹੀਂ ਆ। ਇਹ ਜੋ ਅੱਜ ਨੇ ਤਮਾਸ਼ਾ ਕੀਤਾ ਉਹਦੇ ਲਈ ਅਰਵਿੰਦ ਕੇਜਰੀਵਾਲ ਜੀ ਨੂੰ ਦੇਸ਼ ਦੀ ਜਨਤਾ ਤੋਂ ਮਾਫੀ ਮੰਗੀ। ਚਲੋ हाँ भारती साहब लास्ट कमेंट। एक मिनट संगड़ा साहब प्लीज, संगड़ा साहब एक मिनट। हाँ भारती साहब लास्ट कमेंट प्लीज। सर संगेड़ा साहब ने कहा कि बई वो तां एक लर्नड केजरीवाल साहब शख्सियत ने और उन्होंने तां सारा कुछ छड्ड के झुग्गियां तो अपनी राजनीति शुरू की। संगेड़ा साहब तुहाडी गल बिल्कुल ठीक है। उस वक्त तक लोग उन्हां दी फॉलोइंग करते सी, लोग बड़े उन्हां दे भगत होए, इसे करके दिल्ली विच उन्हां ने एब्सोल्यूट मेजोरिटी नाल सरकार बनाई। उस तो बाद ओ यू टर्न पॉलिटिशियन बन गए। उन्होंने सब तो पहला कहा कि मैं कांग्रेस की सपोर्ट तो बिना सरकार बनाऊंगा और कांग्रेस की सपोर्ट लैके सरकार बनाई। फिर उन्होंने कहा शराब के ठेके मैं उस एरिया च खोलूंगा जिथे महिलावां परमिशन देणगियां, जे महिलावां परमिशन नहीं देणगियां मैं ठेके नहीं खोलूंगा। उन्होंने कोई परमिशन नहीं लीती। तीजी गल, मैं सब तो वड्डी गल संघेड़ा साहब तुहानू बेनती करना कि जेड़ी तुसी अपने करप्ट मिनिस्टरां दा जेड़ी बराबरी है शहीद भगत सिंह जी नाल करन दी कोशिश कीती है, ਉਹਦੇ ਲਈ ਸਾਰੇ ਦੇਸ਼ ਤੋਂ ਮਾਫੀ ਮੰਗੋ। ਨਹੀਂ ਤਾਂ ਬਰਾਬਰੀ ਕਰਦੇ ਬਰਾਬਰੀ ਕਰਦੇ ਨਹੀਂ, ਤੁਸੀਂ ਗਲਤ ਪ੍ਰਚਾਰ ਕਰ ਰਹੇ ਹੋ। ਸੰਗੜਾ ਸਾਹਿਬ ਮੈਨੂੰ ਦੱਸੋ, ਸੰਗੜਾ ਸਾਹਿਬ ਕੇਪੀ ਸਿੰਘ ਜੀ ਮੈਨੂੰ ਇੱਕ ਲਾਈਨ ਬੋਲਣ ਦਿਓ। ਨਹੀਂ ਇਹ ਗਲਤ ਪਰਸੈਪਸ਼ਨ ਬਣਾ ਰਹੇ ਆ। ਹੁਣ ਤੱਕ ਰਿਸ਼ਵਤ ਲੈਂਦੇ ਫੜੇ ਜਾਂਦੇ ਸੀ, ਹੁਣ ਦਿੰਦੇ ਵੀ ਫੜ ਹੋਣ ਲੱਗ ਗਏ, ਦੇ ਰਹੇ ਨੇ ਜਿਹੜੇ ਲੈ ਰਹੇ ਨੇ ਉਹ ਫੜੇ ਜਾਂਦੇ ਸੀ। ਉਹਦੇ ਬਾਰੇ ਇੱਕ ਲਫ਼ਜ਼ ਬੋਲਣ ਨਾ। ਚਲੋ ਇੱਕ ਪਾਰਟੀ ਤੋਂ ਦੂਸਰੀ ਪਾਰਟੀ 'ਚ ਗਿਆ, ਇੱਕ ਮਿੰਟ ਭਾਰਤੀ ਸਾਹਿਬ ਸਾਡਾ ਨਹੀਂ ਹੈਗਾ ਉਹ। ਚਲੋ ठीक है सब यहीं से लास्ट कमेंट, से लास्ट कमेंट एक मिनट रुक जाओ लोकेश राणा साहब, भारती साहब, संगड़ा साहब एक मिनट प्लीज, एक मिनट संगड़ा साहब एक मिनट रुक जाओ ना। संगड़ा साहब ਤੁਹਾਡਾ ਆਰਗੂਮੈਂਟ ਆ ਗਿਆ ਨਾ, ਤੁਹਾਡਾ ਆਰਗੂਮੈਂਟ ਆ ਗਿਆ, क्लोज कर लो तो ਮੈਨੂੰ क्लोज कर लो। प्रसमजीत सिंह लास्ट कमेंट। ਉਹ ਸਾਡੇ ਆਪ ਨੂੰ ਕਿੱਥੇ ਲੱਗਿਆ? चलो प्रसमजीत सिंह मेरा एक मिनट, भारती साहब एक मिनट, संगड़ा साहब प्लीज, संगड़ा साहब प्लीज सारा लंघ जाऊगा। मेरी एक मिनट संगड़ा साहब, भारती साहब प्लीज। हाँ मेरी बेनती यही है कि देखो इस किस्म की राजनीति ਜਿਹੜੀ ਪਰਸੈਪਸ਼ਨ ਦੀ ਰਾਜਨੀਤੀ ਆ ਉਹ ਕੁਝ ਦੇਰ ਤੇ ਚੱਲ ਸਕਦੀ ਹੈ, ਉਹ ਜਦੋਂ ਬਾਕੀਆਂ ਵਾਂਗੂ ਸ਼ੁਰੂ ਹੋ ਜਾਂਦੀ ਹੈ ਫਿਰ ਜਿੰਨੀ ਤੇਜ਼ੀ ਨਾਲ ਉੱਪਰ ਜਾਂਦੀ ਹੈ ਉਨੀ ਤੇਜ਼ੀ ਨਾਲ ਥੱਲੇ ਵੀ ਉਤਰਦੀ ਹੈ। ਨੰਬਰ 2 ਇਹਦੇ ਚ ਕਿਹੜੀ ਮਾੜੀ ਗੱਲ ਆ
ਕਿ ਜੇ ਸਿਰਫ ਇਹ ਪ੍ਰੇਰਨਾ ਸਰੋਵਰ ਤੇ ਸ਼ਹੀਦ ਭਗਤ ਸਿੰਘ ਤੇ ਕਹਿ ਦੇਣ ਉਹਨਾਂ ਨੇ ਗਲਤ ਟਵੀਟ ਕੀਤਾ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਕਿ ਪੰਜਾਬ 'ਚ ਅਸੀਂ ਬਿਲਕੁਲ ਉਸ ਗੱਲ ਨੂੰ ਮਨਜ਼ੂਰ ਨਹੀਂ ਕਰਦੇ। ਇਹ ਵੀ ਨਹੀਂ ਕਹਿਣਗੇ ਕਿਉਂਕਿ ਉਹ ਲੀਡਰ ਹੈ, ਉਹਨਾਂ ਦੇ ਮੂੰਹ ਤੇ ਨਿਕਲਿਆ ਹਰ ਸ਼ਬਦ ਜਿਹੜਾ ਉਹ ਐਵੇਂ ਵਾਲ ਦੀ ਖੱਲ ਲਾ ਰਹੇ ਹੋ। ਨਹੀਂ ਵਾਲ ਦੀ ਗੱਲ ਕਿਵੇਂ ਆ? ਵਾਲ ਦੀ ਗੱਲ ਉਹਨਾਂ ਨੇ ਪੜਿਆ ਨਹੀਂ, ਦੁਬਾਰਾ ਪੜ੍ਹ ਲਿਓ। ਆਪਾਂ ਸੁਣ ਲਈਏ ਨਾ, ਤੁਹਾਡਾ ਸਾਰਿਆਂ ਦੀ ਗੱਲਾਂ ਆ ਗਈਆਂ, ਤੁਸੀਂ ਸਾਰਿਆਂ ਦੇ ਕਮੈਂਟਸ ਆ ਰਹੇ ਆ। ਹਾਂ ਪ੍ਰਸਮਜੀਤ ਸਰ ਫਟਾਫਟ ਕੰਪਲੀਟ ਕਰੋ। ਅਸੀਂ ਭਗਤ ਸਿੰਘ ਦੀ ਪੱਗ ਬੰਨ੍ਹਦੇ ਆ, ਭਗਤ ਸਿੰਘ ਕਰਕੇ ਲੱਗਣਾ ਚਾਹੁੰਦੇ ਆ, ਕੀ ਮਾੜੀ ਗੱਲ ਹੈ? ਚਲੋ ਨਹੀਂ ਲੱਗੋ, ਪਰ ਤੁਸੀਂ ਮੈਨੂੰ ਲੱਗਦਾ ਤੁਸੀਂ ਰੁਕਣਾ ਨਹੀਂ ਹੋ, ਮੈਨੂੰ ਡਿਬੇਟ ਸਮਾਪਤ ਕਰਨੀ ਪੈਣੀ ਲੱਗਦਾ। ਦੇਸ਼ ਦੀ ਔਕਵਰਡ ਸਾਡੇ ਪ੍ਰੇਰਨਾ ਸਰੋਤ। ਇੱਕ ਮਿੰਟ ਸੰਗੜਾ ਸਾਹਿਬ, ਆਪਾਂ ਬੋਲ ਤਾਂ ਲੈਂਦੀ ਨਾ। ਸੰਗੜਾ ਸਾਹਿਬ ਤੁਸੀਂ ਇੰਨਾ ਕੁਝ ਕਹਿਤਾ, ਐਂਟੀ ਆਮ ਆਦਮੀ ਪਾਰਟੀ ਕਹਿਤਾ, ਉਹਨਾਂ ਨੂੰ ਸੁਣ ਤਾਂ ਲਿਆ ਉਹਨਾਂ ਐਂਟੀ ਆਮ ਆਦਮੀ ਪਾਰਟੀ ਨੂੰ। ਹਾਂ ਪ੍ਰਸਮਜੀਤ ਸਿੰਘ ਫਟਾਫਟ ਕਲੋਜ਼ ਕਰੋ ਪਲੀਜ਼। ਮੇਰਾ ਤੇ ਇੰਨਾ ਹੀ ਕਹਿਣਾ ਆ ਕਿ ਨੰਬਰ 1 ਇਹ ਜਿਸ ਢੰਗ ਨਾਲ ਚੱਲੇ ਹੈਗੇ ਆ, ਇਹ ਤੇ ਸਿਰਫ ਸਿੰਬਲ ਵਰਤਣ ਦੀ ਰਾਜਨੀਤੀ ਹੈਗੀ ਆ। ਭਾਵੇਂ ਉਹ ਸ਼ਹੀਦ ਭਗਤ ਸਿੰਘ ਹੋਣ, ਭਾਵੇਂ ਉਹ ਅੰਬੇਦਕਰ ਹੋਣ, ਭਾਵੇਂ ਉੱਥੇ ਗਾਂਧੀ ਹੋਣ, ਤੇ ਅੱਗੇ ਜਾ ਕੇ ਪਰਿਆਰ ਵਗੈਰਾ ਸਾਊਥ ਵਿੱਚ ਜਾਣਗੇ ਤੇ ਉੱਥੇ ਉਹਨੂੰ ਵੀ ਵਰਤਣਗੇ। ਇਹ ਜਿੱਥੇ ਜਾਣਗੇ ਉੱਥੇ ਦੇ ਸਿੰਬਲ ਨੂੰ ਵਰਤ ਕੇ ਰਾਜਨੀਤੀ ਕਰਨਗੇ। ਕੋਈ ਵਿਚਾਰਧਾਰਾ ਨਹੀਂ ਇਹਨਾਂ ਦੀ। ਇਹ ਜਿਹੜੇ ਮੁੱਦੇ ਗਿਣੇ ਆ, ਇਹ ਸਿੱਖਿਆ, ਜੇ ਉਹ ਸਿਹਤ, ਇਹ ਸਾਰੇ ਇਹ ਮੁੱਦੇ ਆ, ਇਹ ਵਿਚਾਰਧਾਰਾ ਨਹੀਂ ਹੈ। ਵਿਚਾਰਧਾਰਾ ਕਦੀ ਦੇਣਗੇ ਨਹੀਂ, ਕਿਉਂਕਿ ਜੇ ਵਿਚਾਰਧਾਰਾ ਦੇਣਗੇ ਤਾਂ ਫਿਰ ਉਹਦੇ ਵਿੱਚ ਫਸਣਗੇ, ਫਿਰ ਇਹੋ ਜਿਹੀਆਂ ਗੱਲਾਂ ਇਹ ਨਹੀਂ ਕਰ ਪਾਉਣਗੇ। ਚਲੋ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ, ਲੋਕੇਸ਼ਨ ਨਾਲ ਤੁਹਾਡਾ ਬਹੁਤ ਧੰਨਵਾਦ, ਵਿਨੋਦ ਭਾਰਤੀ ਤੁਹਾਡਾ ਬਹੁਤ ਧੰਨਵਾਦ, ਜਗਤਾਰ ਸਿੰਘ ਸੰਘੇੜਾ ਤੁਹਾਡਾ ਬਹੁਤ ਧੰਨਵਾਦ। ਅੱਜ ਦਾ ਭਗਤ ਸਿੰਘ ਕੌਣ ਡਿਬੇਟ ਤੁਹਾਡੇ ਸਾਹਮਣੇ ਆ। ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ ਚਾਹੁੰਦਾ। ਭਗਤ ਸਿੰਘ ਨੂੰ ਸਲਾਮ ਹੈ। ਬਹੁਤ ਧੰਨਵਾਦ।